सोच के आए ਸੀਗੇ ਤੁਸੀਂ ਦੱਸ ਰਹੇ ਤੁਹਾਡੀ ਬੇਟੀ ਨੂੰ ਮਿਲਾਉਣਾ? ਹਾਂਜੀ ਮੇਰੀ ਬੇਟੀ 3 ਸਾਲ ਦੀ ਆ ਤੇ ਵੈਸੇ ਅਸੀਂ ਉਹਨੂੰ ਮਿਲਵਾਉਣ ਆਪਣੇ ਗ੍ਰੈਂਡ ਪੇਰੈਂਟਸ ਦੇ ਨਾਲ ਤੇ ਆਪਣਾ ਸਾਡਾ ਡੈਂਟਲ ਟ੍ਰੀਟਮੈਂਟ ਵਾਸਤੇ ਵੀ ਅਸੀਂ ਇੱਥੇ ਆਏ ਸੀਗੇ ਤੇ ਸਾਡੀ ਵੈਸੇ ਛੁੱਟੀਆਂ ਦਾ ਵੀ ਸਾਨੂੰ ਜਿੱਦਾਂ ਸੀਗੇ ਸਾਡੀ ਛੁੱਟੀਆਂ ਪੈਂਡਿੰਗ ਸੀਗੀ ਅਸੀਂ ਵੀ ਚਲੋ ਆਪਣਾ ਫੈਮਿਲੀ ਨਾਲ ਥੋੜਾ ਟਾਈਮ ਸਪੈਂਡ ਕਰ ਰਹੀਏ ਪਰ ਸਾਨੂੰ ਇਹ ਨਹੀਂ ਪਤਾ ਸੀ ਅਸੀਂ ਵੀ ਇੱਥੇ ਆ ਕੇ ਇਸ ਚੀਜ਼ ਨਾਲ ਫਸ ਜਾਵਾਂਗੇ। ਕੋਈ ਵੱਖਰੀ ਕੋਈ ਐਪ ਜਾਂ ਕੋਈ ਵੱਖਰੀ ਸਾਈਟ ਉਹਨਾਂ ਨੇ ਦਿੱਤੀ ਹੈ ਤੁਹਾਨੂੰ ਕਿ ਇੱਥੇ ਅਪਲਾਈ ਕਰੋ ਤੇ ਤੁਸੀਂ ਆ ਸਕਦੇ ਹੋ? ਹਾਂਜੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਆਪਣਾ ਇੱਕ ਲਿੰਕ ਦਿੱਤਾ ਹੋਇਆ ਤੇ ਮੈਂ ਉੱਥੇ 6 ਵਾਰੀ ਡਰਾਈਵ ਕਰ ਬੈਠਾ ਡਿਫਰੈਂਟ ਐਕਸਪਲੇਨੇਸ਼ਨ ਕਰਕੇ ਵੀ ਉੱਥੇ ਮੇਰਾ ਰੀਜ਼ਨ ਇੱਕੋ ਹੀ ਆ ਪਰ ਮੇਰੀ ਕੋਈ ਉਹ ਇੱਕ ਆਟੋਮੈਟਿਕ ਰਿਪਲਾਈ ਲੱਗਾ ਹੋਇਆ ਤੇ ਸਾਨੂੰ ਉਹੀ ਰਿਪਲਾਈ ਵਾਪਸ ਦਿੱਤਾ ਜਾ ਰਿਹਾ। ਤੇ ਜਿਵੇਂ ਘਰ ਦਾ ਵੀ ਰੈਂਟ ਹੋਊਗਾ, ਗੱਡੀਆਂ ਦੇ ਰੈਂਟ, ਕੰਮ ਕਰਦਾ ਹੋਰ ਚੀਜ਼ਾਂ ਲਈਆਂ ਹੁੰਦੀਆਂ ਨੇ, ਕੁੱਲ ਮਿਲਾ ਕੇ ਰੈਂਟ ਹਫਤੇ ਦਾ ਕਿੰਨਾ ਜਾ ਰਿਹਾ ਤੁਹਾਡਾ ਇੱਥੋਂ? ਜੇ ਇੱਥੋਂ ਦੇ ਹਿਸਾਬ ਨਾਲ ਇੰਡੀਅਨ ਰੁਪੀਸ 'ਚ ਗੱਲ ਕਰੀਏ ਤਾਂ ਘੱਟੋ ਘੱਟ ਵੀ 20 ਤੋਂ 25,000 ਰੁਪਇਆ ਅਸੀਂ ਪਰ ਮੰਥ ਭਰ ਰਹੇ ਹਾਂ ਤੇ ਜਿਹੜਾ ਵੀਕਲੀ ਉੱਥੇ ਦਾ ਰੈਂਟ ਹੈ $350 ਕੱਲਾ ਰੈਂਟ ਹੈ, ਬਾਕੀ ਇੰਸ਼ੋਰੈਂਸ, ਗੱਡੀ ਦੀ ਇੰਸਟਾਲਮੈਂਟ ਸਾਰਾ ਕੁਝ ਜਾ ਰਿਹਾ ਜੀ। ਸਾਡੇ ਕੋਲ ਵੈਲਿਡ ਵੀਜ਼ੇ ਹੈਗੇ ਆ ਹਨਾ, ਸਾਡੇ ਕੋਲ ਓਪਨ ਵਰਕ ਵੀਜ਼ੇ ਹੈਗੇ ਆ, ਅਸੀਂ ਜਿੱਥੇ ਮਰਜ਼ੀ ਕੰਮ ਕਰ ਸਕਦੇ ਹਾਂ ਹਨਾ। ਤੇ ਮਤਲਬ ਇਹ ਸਾਡੇ ਨਾਲ ਇਦਾਂ ਕਿਉਂ ਕਰ ਰਹੀ ਆ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਹੈਗਾ, ਜਦ ਕਿ ਮਤਲਬ ਕੈਨੇਡਾ ਹੋ ਗਿਆ, ਆਸਟ੍ਰੇਲੀਆ ਹੋ ਗਿਆ ਜਾਂ ਹੋਰ ਕਈ ਕੰਟਰੀਆਂ ਹੈਗੀਆਂ ਹਨਾ ਵਰਕ ਵੀਜ਼ਾ ਹੋਲਡਰ ਲੈ ਕੇ ਜਾ ਰਹੀਆਂ ਤੇ ਨਿਊਜ਼ੀਲੈਂਡ ਕਿਉਂ ਨਹੀਂ ਲੈ ਕੇ ਜਾ ਰਿਹਾ ਹੈਗਾ? ਕਾਰਨ ਕੀ ਮੰਨਦੇ ਹੋ ਕਿਉਂ ਕੀਤਾ ਜਾ ਰਿਹਾ ਹੈ? ਕਿਉਂਕਿ ਸਰ ਮਤਲਬ ਉੱਥੇ ਮਤਲਬ ਇਲੈਕਸ਼ਨਸ ਆ ਹਨਾ ਤੇ ਉਹ ਆਪਣੀ ਜ਼ਿਆਦਾਤਰ ਜਿਹੜੇ ਸਿਟੀਜ਼ਨ ਜਾਂ ਪੀਆਰ ਆ ਉਹਨਾਂ ਨੂੰ ਪੁਸ਼ ਕਰਨ ਦੇ ਵਿੱਚ ਲੱਗੇ ਹੋ ਰਹੇ ਹਨ। ਕੋਰੋਨਾ ਵਾਇਰਸ ਨੇ ਜ਼ਿੰਦਗੀ ਦੀ ਰਫ਼ਤਾਰ ਨੂੰ ਰੋਕ ਕੇ ਰੱਖ ਦਿੱਤਾ। ਕਈ ਲੋਕ ਜਿਹੜੇ ਜਿੱਥੇ ਸੀ ਉਹ ਉੱਥੇ ਹੀ ਸਟਕ ਹੋ ਗਏ, ਉੱਥੇ ਹੀ ਫਸੇ ਰਹਿ ਗਏ। ਕੁਝ ਨੌਜਵਾਨ ਵਿਦੇਸ਼ੋਂ ਇੱਥੇ ਆਏ ਸੀ ਪਰ ਉਹ ਨੌਜਵਾਨ ਹੁਣ ਵਿਦੇਸ਼ ਨਹੀਂ ਜਾ ਪਾ ਰਹੇ। ਸਾਡੇ ਨਾਲ ਜਿਹੜੇ ਇਹ ਨੌਜਵਾਨ ਨੇ ਇਹ ਨਿਊਜ਼ੀਲੈਂਡ ਤੋਂ ਇੱਥੇ ਆਪਣੇ ਘਰਾਂ ਨੂੰ ਪਰਤੇ ਸੀ ਆਪਣੇ ਫੈਮਿਲੀ ਨੂੰ ਮਿਲਣ ਦੇ ਲਈ। ਸਾਰਿਆਂ ਦੀ ਵੱਖ-ਵੱਖ ਸਟੋਰੀ ਹੈਗੀ ਆ ਪਰ ਹੁਣ ਉੱਥੋਂ ਦੀ ਸਰਕਾਰ, ਨਿਊਜ਼ੀਲੈਂਡ ਦੀ ਸਰਕਾਰ, ਇਮੀਗ੍ਰੇਸ਼ਨ ਇਹਨਾਂ ਦੀ ਬਾਂਹ ਨਹੀਂ ਫੜ ਰਹੀ ਬਲਕਿ ਇਹਨਾਂ ਨੇ ਉੱਥੇ ਪੈਸਿਆਂ ਦੇ ਗੱਫੇ ਦੇ ਕੇ ਸਟੱਡੀ ਕੰਪਲੀਟ ਕੀਤੀ, ਉਸ ਤੋਂ ਬਾਅਦ ਵਰਕ ਪਰਮਿਟ ਪਾਇਆ ਤਾਂ ਇਹਨਾਂ ਨੂੰ 6-6, 7-7, 8-8 ਸਾਲ ਉੱਥੇ ਹੋ ਗਏ ਨੇ ਰਹਿੰਦਿਆਂ ਨੂੰ। ਪਰ ਹੁਣ ਜਦੋਂ ਮੁਸੀਬਤ ਆਈ ਹੈ ਤਾਂ ਉੱਥੋਂ ਦੀ ਸਰਕਾਰ ਇਹਨਾਂ ਤੋਂ ਪਾਸਾ ਵੱਟ ਰਹੀ ਹੈ। ਨੌਜਵਾਨ ਸਾਰੇ ਸਾਡੇ ਨਾਲ ਹੈਗੇ ਆ, ਗੱਲਬਾਤ ਕਰਦੇ ਆ ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਹੁਣ ਤੱਕ ਕਿੱਥੇ-ਕਿੱਥੇ ਅਪਲਾਈ ਕੀਤਾ, ਕੀ ਸਰਕਾਰ ਤੇ ਕੀ ਉੱਥੋਂ ਦੀ ਇਮੀਗ੍ਰੇਸ਼ਨ ਕਹਿ ਰਹੀ ਆ। ਸਾਰੀ ਗੱਲਬਾਤ ਕਰਦੇ ਆ ਤੇ ਜਾਣਨ ਦੀ ਕੋਸ਼ਿਸ਼ ਕਰਦੇ ਕਿਉਂਕਿ ਹੁਣ ਇਹੀ ਔਖਾ ਸਮਾਂ ਆ ਤੇ ਇਹਨਾਂ ਨੇ ਉੱਥੇ ਕੰਟਰੀਬਿਊਟ ਕੀਤਾ ਇਕਨੋਮੀ ਦੇ ਵਿੱਚ ਵੀ, ਉੱਥੇ ਸਟੱਡੀ ਕੀਤੀ, ਉੱਥੇ ਸਾਰਾ ਕਾਰੋਬਾਰ ਹੈ ਇਹਨਾਂ ਦਾ, ਘਰ-ਬਾਰ ਉੱਥੇ ਨੇ ਪਰ ਹੁਣ ਜਦੋਂ ਇਹਨਾਂ ਨੂੰ ਉਹਨਾਂ ਦੀ ਲੋੜ ਹੈ ਤਾਂ ਉਹ ਬਾਂਹ ਨਹੀਂ ਫੜ ਰਹੇ। ਸਾਡੇ ਨਾਲ ਨੌਜਵਾਨ ਹੈਗੇ। ਬਾਈ ਜੀ ਕੀ ਨਾਮ ਹੈ ਤੁਹਾਡਾ? ਰਣਜੀਤ ਸਿੰਘ ਜੀ। ਰਣਜੀਤ ਸਿੰਘ ਜੀ, ਉੱਥੇ ਤੁਸੀਂ ਕਿੰਨੇ ਚਿਰ ਤੋਂ ਗਏ ਹੋ ਤੇ ਉੱਥੇ ਕੀ ਕੰਮ ਕਰ ਰਿਹਾ ਤੁਹਾਡਾ? ਮੈਂ ਸਰ ਜੀ ਉਸ 10 ਸਾਲ ਤੋਂ ਰਹਿ ਰਿਹਾ ਤੇ ਮੈਂ ਪੰਪ ਦੇ ਵਿੱਚ ਆਪਰੇਸ਼ਨ ਮੈਨੇਜਰ ਤੋਂ ਕੰਮ ਕਰ ਰਿਹਾ ਉੱਥੇ ਤੇ ਮੇਰੀ ਸਾਰੀ ਫੈਮਿਲੀ ਅਸੀਂ ਇੱਥੇ ਆਏ ਹੋਏ ਆ ਆਪਣੀ ਫੈਮਿਲੀ ਨੂੰ ਮਿਲਣ ਵਾਸਤੇ ਤੇ ਅਸੀਂ ਆਪਣਾ ਨਿਊਜ਼ੀਲੈਂਡ ਗਵਰਨਮੈਂਟ ਦੇ ਵਿੱਚ ਵੀ ਆਪਣਾ ਅਪਲਾਈ ਕਰਕੇ ਦੇਖਿਆ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਪਰ ਸਾਡੀ ਹਾਲੇ ਤੱਕ ਕੋਈ ਨਹੀਂ ਸੁਣਵਾਈ ਹੋਈ ਗਈ। ਰਣਜੀਤ, ਇੱਥੇ ਤੁਸੀਂ ਕੀ ਸੋਚ ਕੇ ਆਏ ਸੀਗੇ? ਤੁਸੀਂ ਦੱਸ ਰਹੇ ਤੁਹਾਡੀ ਬੇਟੀ ਨੂੰ ਮਿਲਾਉਣਾ? ਹਾਂਜੀ ਮੇਰੀ ਬੇਟੀ 3 ਸਾਲ ਦੀ ਆ ਤੇ ਵੈਸੇ ਅਸੀਂ ਉਹਨੂੰ ਮਿਲਵਾਉਣ ਆਪਣੇ ਗ੍ਰੈਂਡ ਪੇਰੈਂਟਸ ਦੇ ਨਾਲ ਤੇ ਆਪਣਾ ਸਾਡਾ ਡੈਂਟਲ ਟ੍ਰੀਟਮੈਂਟ ਵਾਸਤੇ ਵੀ ਅਸੀਂ ਇੱਥੇ ਆਏ ਸੀਗੇ ਤੇ ਸਾਡੀ ਵੈਸੇ ਛੁੱਟੀਆਂ ਦਾ ਵੀ ਸਾਨੂੰ ਜਿੱਦਾਂ ਸੀਗੇ ਸਾਡੀ ਛੁੱਟੀਆਂ ਪੈਂਡਿੰਗ ਸੀਗੇ ਅਸੀਂ ਵੀ ਚਲੋ ਆਪਣਾ ਫੈਮਿਲੀ ਨਾਲ ਥੋੜਾ ਟਾਈਮ ਸਪੈਂਡ ਕਰ ਰਹੀਏ ਪਰ ਸਾਨੂੰ ਇਹ ਨਹੀਂ ਪਤਾ ਸੀ ਅਸੀਂ ਵੀ ਇੱਥੇ ਆ ਕੇ ਇਸ ਚੀਜ਼ ਨਾਲ ਫਸ ਜਾਵਾਂਗੇ। ਤੇ ਜਦੋਂ ਤੁਸੀਂ ਹੁਣ ਉਧਰ ਅਪਲਾਈ ਕਰ ਰਹੇ ਹੋ ਕੋਈ ਵੱਖਰੀ ਕੋਈ ਐਪ ਜਾਂ ਕੋਈ ਵੱਖਰੀ ਸਾਈਟ ਉਹਨਾਂ ਨੇ ਦਿੱਤੀ ਹੈ ਤੁਹਾਨੂੰ ਕਿ ਇੱਥੇ ਅਪਲਾਈ ਕਰੋ ਤਾਂ ਤੁਸੀਂ ਆ ਸਕਦੇ ਹੋ? ਹਾਂਜੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਆਪਣਾ ਇੱਕ ਲਿੰਕ ਦਿੱਤਾ ਹੋਇਆ ਤੇ ਮੈਂ ਉੱਥੇ 6 ਵਾਰੀ ਡਰਾਈਵ ਕਰ ਬੈਠਾ ਡਿਫਰੈਂਟ ਐਕਸਪਲੇਨੇਸ਼ਨ ਕਰਕੇ ਵੀ ਉੱਥੇ ਮੇਰਾ ਰੀਜ਼ਨ ਇੱਕੋ ਹੀ ਆ ਪਰ ਮੇਰੀ ਕੋਈ ਉਹ ਇੱਕ ਆਟੋਮੈਟਿਕ ਰਿਪਲਾਈ ਲੱਗਾ ਹੋਇਆ ਤੇ ਸਾਨੂੰ ਉਹੀ ਰਿਪਲਾਈ ਵਾਪਸ ਦਿੱਤਾ ਜਾ ਰਿਹਾ। ਤੇ ਤੁਹਾਨੂੰ ਰਿਪਲਾਈ ਕੀ ਆ ਰਿਹਾ ਵੀ ਅਸੀਂ ਹਲੇ ਸਕਸੈਸਫੁਲ ਸਾਡੀ ਉਹ ਨਹੀਂ ਹੋਈ ਤੇ ਬਾਰਡਰ ਰਿਮੇਨ ਕਲੋਜ਼ ਦਾ ਉਹਨਾਂ ਨੇ ਆਪਣਾ ਉਹ ਰੀਜ਼ਨ ਦਿੱਤਾ ਜਾਂਦਾ। ਸਾਨੂੰ ਹਾਲੇ ਤੱਕ ਕੋਈ ਸੈਟੀਸਫੈਕਸ਼ਨ ਆਨਸਰ ਨਹੀਂ ਮਿਲਿਆ ਵੀ ਸਾਨੂੰ ਕਦੋਂ ਐਗਜ਼ੈਕਟ ਡੇਟ ਸਾਨੂੰ ਕੁਝ ਨਹੀਂ ਦੱਸਿਆ ਗਿਆ ਵੀ ਕਦੋਂ ਤੱਕ ਅਸੀਂ ਵਾਪਸ ਜਾ ਸਕਦੇ ਹਾਂ। ਤਾਂ ਮੈਨੂੰ ਲੱਗਦਾ ਕਿ ਤੁਹਾਡਾ ਭਵਿੱਖ ਜਿਹੜਾ ਪੂਰਾ ਦਾਅ ਤੇ ਲੱਗਾ ਪਿਆ ਇਸ ਵੇਲੇ। ਬਿਲਕੁਲ ਜੀ, ਅਸੀਂ ਸਾਰੇ ਪੂਰੀ ਫੈਮਿਲੀ ਦੇ ਵਿੱਚ ਸਟ੍ਰੈਸ ਹੈ। ਹਰ ਮਾਰਨਿੰਗ ਅਸੀਂ ਸਵੇਰੇ ਉੱਠਦੇ ਹਾਂ ਵੀ ਸਾਨੂੰ ਕੋਈ ਪੋਜ਼ਿਟਿਵ ਨਿਊਜ਼ ਆਊਗੀ ਪਰ ਹਰ ਰੋਜ਼ ਉਹੀ ਮੈਨੂੰ ਫੈਮਿਲੀ ਨੂੰ ਵੀ ਸਪੋਰਟ ਕਰਨੀ, ਪੇਰੈਂਟਸ ਨੂੰ ਵੀ ਆਨਸਰ ਦੇਣਾ, ਮੇਰੇ ਉੱਥੋਂ ਫਰੈਂਡ ਵਗੈਰਾ ਸਾਰੇ ਪੁੱਛਦੇ ਆ ਪਰ ਕੁਛ ਉਹਨਾਂ ਕੋਲ ਮੇਰੇ ਕੋਲ ਕੋਈ ਆਨਸਰ ਨਹੀਂ ਹੈਗਾ ਉਹਨਾਂ ਵਾਸਤੇ ਵੀ ਅਸੀਂ ਕਦੋਂ ਜਾ ਰਹੇ ਹਾਂ। ਬਾਈ ਜੀ ਤੁਹਾਡਾ ਕੀ ਨਾਮ? ਪਵਨ ਹੈ ਬਾਈ ਮੇਰਾ ਨਾਮ। ਪਵਨ, ਉੱਥੇ ਤੁਸੀਂ ਕਦੋਂ ਤੋਂ ਰਹਿ ਰਹੇ ਹੋ ਤੇ ਵੀਜ਼ਾ ਵੀ ਕਿਉਂਕਿ ਹੁਣ ਖਤਮ ਹੋਣ ਵਾਲਾ ਹੋਊਗਾ ਤੇ ਉੱਥੇ ਤੁਹਾਡਾ ਕੰਮਕਾਰ ਕੀ ਸੀਗਾ? ਮੈਂ ਬਾਈ ਬੱਸ ਦੀ ਕੰਪਨੀ 'ਚ ਕੰਮ ਕਰਦਾ ਸੀ ਤੇ ਮੇਰਾ ਸਾਲ ਦਾ ਵੀਜ਼ਾ ਸੀਗਾ ਤੇ ਹੁਣ ਮੇਰਾ 1 ਮਹੀਨੇ ਦਾ ਸਿਰਫ ਵੀਜ਼ਾ ਰਹਿ ਗਿਆ ਤੇ ਉਹੀ ਜਿੱਦਾਂ ਭਾਈ ਨੇ ਦੱਸਿਆ ਤੁਹਾਨੂੰ ਅਸੰਪਸ਼ਨ ਅਸੀਂ ਅਪਲਾਈ ਕੀਤੀ ਸੀਗੀ ਤੇ ਉਹੀ ਕਹਿ ਰਹੇ ਨੇ ਕਿ ਹਲੇ ਤੁਸੀਂ ਆ ਨਹੀਂ ਸਕਦੇ, ਸਾਡੇ ਕੋਲ ਕੁਆਰੰਟਾਈਨ ਕਰਨ ਦੀ ਜਗ੍ਹਾ ਨਹੀਂ ਹੈਗੀਆਂ ਇੰਨੀਆਂ ਤੇ ਉਹੀ ਸਮਝ ਲੱਗਦੀ ਵੀ ਕਿ 1 ਮਹੀਨੇ ਦੇ ਵੀਜ਼ੇ 'ਚ ਆਪਾਂ ਕੀ ਕੁਝ ਕਰ ਲਾਂਗੇ ਨਾ। 6-6 ਸਾਲ ਤੋਂ ਉੱਥੇ ਰਹਿੰਦੇ ਪਏ ਆ, ਸਾਰਾ ਅਸੀਂ ਕੰਮ ਸਾਰਾ ਉੱਥੇ ਕਰਦੇ ਪਏ ਆ, ਸਾਰਾ ਟੈਕਸ ਦਿੱਤਾ ਗਵਰਨਮੈਂਟ ਨੂੰ, ਸਭ ਕੁਝ ਕੀਤਾ, ਹੁਣ ਕੁਝ ਨਹੀਂ ਪਤਾ ਚੱਲ ਰਿਹਾ ਸਾਡਾ ਅੱਗੇ ਲਾਈਫ ਦਾ ਸਾਡਾ ਕੀ ਹੋ ਰਿਹਾ। ਸਾਡੇ ਨਾਲ ਅਸੀਂ ਲਾਈਫ ਨਾਲ ਖੇਲਿਆ ਜਾ ਰਿਹਾ, ਸਾਡੀ ਲਾਈਫ ਨਾਲ ਸਾਨੂੰ ਸਰ ਇੱਦਾਂ ਲੱਗਦਾ ਪਿਆ।
ਇਵਨ ਸਾਡੀ ਸੇਮ ਸਿਚੁਏਸ਼ਨ ਦੇ ਵਿੱਚ ਜਿਹੜੇ ਸਿਟੀਜ਼ਨ ਤੇ ਉੱਥੋਂ ਦੇ ਪੀਆਰ ਹੋਲਡਰ ਸੀ ਉਹਨਾਂ ਨੂੰ ਵਾਪਸ ਲੈ ਕੇ ਜਾ ਚੁੱਕੇ ਨੇ, ਸਾਰੇ ਦੇ ਸਾਰੇ ਇੱਥੋਂ ਜਾ ਚੁੱਕੇ ਆ। ਪਰ ਸਾਨੂੰ ਹਰ ਵਾਰੀ ਉਹੀ ਰੀਜ਼ਨ ਦਿੱਤਾ ਜਾਂਦਾ ਵੀ ਅਸੀਂ ਉਹਨਾਂ ਨੂੰ ਕੁਆਰੰਟਾਈਨ ਕੈਪੈਸਿਟੀ ਘੱਟ ਆ, ਪਰ ਇੱਥੋਂ ਸਾਰੇ ਜਾ ਚੁੱਕੇ। ਪਰ ਸਾਡੇ ਲਈ ਹਾਲੇ ਤੱਕ ਕੋਈ ਹੋਪ ਨਹੀਂ ਆਈ ਵੀ ਉਦੋਂ ਸਾਨੂੰ ਕੋਈ ਵੀ ਐਟਲੀਸਟ ਸਾਡੀ ਮੰਗ ਹੈ ਵੀ ਸਾਨੂੰ ਕੁਝ ਉਮੀਦ ਮਿਲੇ ਵੀ ਅਸੀਂ ਕਦੋਂ ਤੱਕ ਇੱਥੋਂ ਵਾਪਸ ਜਾ ਸਕਦੇ ਹਾਂ। ਕੋਈ ਡੇਟ ਵੀ ਨਹੀਂ ਦੇ ਰਹੇ ਕਿਉਂਕਿ ਉੱਥੋਂ ਦੀ ਗਵਰਨਮੈਂਟ ਨੇ, ਕਿਉਂਕਿ ਜਿਵੇਂ ਕੈਨੇਡਾ ਜਾਂ ਅਮਰੀਕਾ ਦੀ ਹੋਰ ਦੇਸ਼ਾਂ ਦੀ ਗੱਲ ਕਰ ਲਈਏ ਤਾਂ ਉੱਥੇ ਸਪੈਸ਼ਲ ਫਲਾਈਟਸ ਉੱਡ ਰਹੀਆਂ ਨੇ, ਜਿਹੜੇ ਵਰਕ ਤੇ ਨੇ ਜਾਂ ਜਿਹੜੇ ਸਟੱਡੀ ਕਰ ਰਹੇ ਨੇ ਉਹ ਨੌਜਵਾਨ ਉੱਧਰ ਜਾ ਰਹੇ, ਪਰ ਨਿਊਜ਼ੀਲੈਂਡ ਨਹੀਂ ਕਰ ਰਿਹਾ ਇਹਦਾ। ਬਿਲਕੁਲ ਸਾਡੇ ਆਪਣੇ ਖੁਦ ਦੇ ਫਰੈਂਡ ਆਏ ਹੋਏ ਸਾਰੇ ਇੱਥੇ, ਸਾਡੇ ਇਹਨਾਂ ਦੇ ਹਰ ਇੱਕ ਦੇ ਨੌਨ ਚ ਕੋਈ ਨਾ ਕੋਈ ਇੱਥੋਂ ਕੋਈ ਨਾ ਕੋਈ ਸਟੂਡੈਂਟ ਵੀਜ਼ੇ ਤੋਂ ਜਾਂ ਹੋਰ ਰੀਜ਼ਨ ਵੀਜ਼ਿਆਂ ਵਾਲੇ ਵੀ ਇੱਥੇ ਆਏ ਹੋਏ ਆ, ਪਰ ਕੋਈ ਮਤਲਬ ਉਹ ਸਾਰੇ ਜਾ ਚੁੱਕੇ, ਪਰ ਨਿਊਜ਼ੀਲੈਂਡ ਵਾਸਤੇ ਸਾਨੂੰ ਹਾਲ ਤੱਕ ਕੁਝ ਨਹੀਂ ਪਲੇਟਫਾਰਮ ਮਿਲਿਆ ਸਾਨੂੰ ਜਾਣ ਵਾਸਤੇ ਉਹਨਾਂ ਦਾ। ਸਰਦਾਰ ਸਾਹਿਬ ਤੁਹਾਡਾ ਕੀ ਨਾਮ? ਮੇਰਾ ਨਾਮ ਪ੍ਰਭਜੋਤ ਸਿੰਘ ਹੈ ਜੀ, ਤੇ ਮੈਂ ਵੀ ਬਸ ਤੁਸੀਂ ਜੇ ਸਟੂਡੈਂਟ ਦੀ ਗੱਲ ਕਰੀਏ ਤਾਂ ਉਹ ਗੱਲ ਹੋਰ ਹੋ ਜਾਂਦੀ ਆ। ਤੁਸੀਂ ਵਰਕ ਪਰਮਿਟ ਤੇ ਹੋ, ਤੁਸੀਂ ਟੈਕਸ ਹੋਲਡਰ ਹੋ, ਟੈਕਸ ਵੀ ਪੇ ਕਰਦੇ ਹੋ ਉੱਥੇ, ਤਾਂ ਹੁਣ ਕੀ ਲੱਗਦਾ ਕਿ ਕਾਰਨ ਕੀ ਹੈ, ਕਿਉਂ ਤੁਹਾਨੂੰ ਉਹ ਸਰਕਾਰ ਤੁਹਾਡੀ ਬਾਂਹ ਨਹੀਂ ਫੜ ਰਹੀ? ਇਹ ਸਰਕਾਰ ਨੂੰ ਕੁਝ ਜ਼ਿਆਦਾ ਪਤਾ, ਕਿਉਂਕਿ ਉਹ ਰੈਜ਼ੀਡੈਂਸ ਤੇ ਸਿਟੀਜ਼ਨਸ ਨੂੰ ਉੱਥੇ ਬੁਲਾ ਰਹੀ, ਕਿਉਂਕਿ ਹੁਣ ਉੱਥੇ ਇਲੈਕਸ਼ਨ ਵੀ ਨੇ, ਉਹਨਾਂ ਨੂੰ ਰੈਜ਼ੀਡੈਂਸ ਤੇ ਸਿਟੀਜ਼ਨਸ ਦੀ ਜ਼ਿਆਦਾ ਲੋੜ ਹੈ। ਪਤਾ ਨਹੀਂ ਉਹ ਕਿਉਂ ਵਰਕ ਵੀਜ਼ਾ ਵਾਲਿਆਂ ਨੂੰ ਭੁੱਲ ਰਹੇ ਨੇ ਪਿੱਛੇ, ਤੇ ਜਦੋਂ ਕਿ ਅਸੀਂ ਸਾਰੇ ਉੱਥੇ ਰੈਂਟ ਪੇ ਕੀਤੇ ਨੇ ਤੇ ਸਾਰੇ ਟੈਕਸ ਪੇ ਕੀਤੇ ਨੇ, ਬਟ ਹੁਣ ਸਾਡੀ ਸੁਣਵਾਈ ਨਹੀਂ ਹੋ ਰਹੀ ਜੀ ਇਸ ਚੀਜ਼ 'ਚ। ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਉਣ ਨੂੰ? ਮੈਨੂੰ ਇੱਥੇ ਆਉਣ ਨੂੰ 4 ਮਹੀਨੇ ਹੋ ਗਏ ਜੀ। ਮੈਂ ਮਾਰਚ 'ਚ ਆਇਆ ਸੀਗਾ ਮੈਰਿਜ ਕਰਾਉਣ, ਤੇ ਮੇਰੀ ਪਾਰਟਨਰ ਵੀ ਨਾਲ ਹੀ ਉੱਥੋਂ ਸੀਗੇ, ਅਸੀਂ ਦੋਵੇਂ ਜਣੇ ਆਏ ਸੀ, ਬਟ ਹੁਣ 4 ਮਹੀਨੇ ਤੋਂ ਕੋਈ ਨਿਊਜ਼ ਹੀ ਨਹੀਂ ਆ ਰਹੀ ਸਾਨੂੰ ਜੀ, ਪੋਜ਼ਿਟਿਵ ਨਿਊਜ਼। ਤਾਂ ਉੱਥੇ ਜਿਵੇਂ ਘਰ ਦਾ ਵੀ ਰੈਂਟ ਹੋਊਗਾ, ਗੱਡੀਆਂ ਦੇ ਰੈਂਟ, ਕੰਮ ਕਰਦਾ, ਹੋਰ ਚੀਜ਼ਾਂ ਲਈਆਂ ਹੁੰਦੀਆਂ ਨੇ, ਕੁੱਲ ਮਿਲਾ ਕੇ ਰੈਂਟ ਹਫਤੇ ਦਾ ਕਿੰਨਾ ਜਾ ਰਿਹਾ ਤੁਹਾਡਾ ਇੱਥੋਂ? ਜੇ ਇੱਥੋਂ ਦੇ ਹਿਸਾਬ ਨਾਲ ਇੰਡੀਅਨ ਰੁਪੀਸ 'ਚ ਗੱਲ ਕਰੀਏ ਤਾਂ ਘੱਟੋ ਘੱਟ ਵੀ 20 ਤੋਂ 25,000 ਰੁਪਇਆ ਅਸੀਂ ਪਰ ਮੰਥ ਭਰ ਰਹੇ ਹਾਂ, ਤੇ ਜਿਹੜਾ ਵੀਕਲੀ ਉੱਥੇ ਦਾ ਰੈਂਟ ਹੈ $350 ਇਕੱਲਾ ਰੈਂਟ ਹੈ, ਬਾਕੀ ਇੰਸ਼ੋਰੈਂਸ, ਗੱਡੀ ਦੀ ਇੰਸਟਾਲਮੈਂਟ, ਸਾਰਾ ਕੁਝ ਜਾ ਰਿਹਾ ਜੀ। ਤੇ ਜਿਹੜੇ ਤੁਹਾਡੇ ਪਾਰਟਨਰ ਨੇ ਉਹ ਵੀ ਇੰਗਲੈਂਡ ਉੱਥੋਂ ਨਿਊਜ਼ੀਲੈਂਡ ਤੋਂ ਆਏ ਸੀਗੇ ਇੱਥੇ ਵਿਆਹ ਕਰਨ ਦੇ ਲਈ? ਹਾਂਜੀ, ਉਹ ਮੇਰੇ ਨਾਲ ਹੀ ਆਏ ਸੀਗੇ ਉੱਥੋਂ, ਤੇ ਸੇਮ ਉਹਨਾਂ ਦਾ ਵੀ ਪਹਿਲਾਂ ਅਸੀਂ ਡਿਫਰੈਂਟ ਪਲੇਸਿਸ ਤੇ ਰਹਿੰਦੇ ਸੀਗੇ, ਹੁਣ ਅਸੀਂ ਮੈਰਿਜ ਤੋਂ ਬਾਅਦ ਉੱਥੇ ਜਾ ਕੇ ਇਕੱਠਿਆਂ ਨੇ ਰਹਿਣਾ ਸੀਗਾ, ਤੇ ਬਟ ਉਹ ਜਿੱਥੇ ਉਹ ਰਹਿੰਦੇ ਸੀਗੇ ਸਮਾਨ ਉਹਨਾਂ ਦਾ ਉੱਥੇ ਪਿਆ, ਉਹਨੂੰ ਵੀ ਉੱਥੇ ਵੱਖਰਾ ਰੈਂਟ ਭਰਨਾ ਪੈ ਰਿਹਾ, ਤੇ ਮੈਨੂੰ ਵੱਖਰਾ ਭਰਨਾ ਪੈ ਰਿਹਾ ਜੀ। ਤਾਂ ਇੱਕ ਗੱਲ ਹੋਰ ਹੈਗੀ ਕਿ ਜਿਵੇਂ ਸਰ ਪਹਿਲਾਂ ਆਪਣਾ ਨਾਮ ਤੇ ਦੱਸ ਦਿਓ, ਕੀ ਕੰਮ ਕਰਦੇ ਨੇ? ਸਰ ਮੇਰਾ ਨਾਮ ਪ੍ਰਿਤਪਾਲ ਹੈ, ਤੇ ਸਰ ਉੱਥੇ ਮੈਂ ਹਾਰਟੀਕਲਚਰ ਦੇ ਵਿੱਚ ਡਿਪਾਰਟਮੈਂਟ 'ਚ ਕੰਮ ਕਰਦਾ ਜੀ। ਹਾਂਜੀ ਸਰ, ਮੈਨੂੰ ਲੱਗਦਾ ਮੇਨਲੀ ਉੱਥੇ ਕਿਉਂਕਿ ਇਹਨਾਂ ਚੀਜ਼ਾਂ ਦੀ ਬੜੀ ਦਿੱਕਤ ਆ ਨਿਊਜ਼ੀਲੈਂਡ ਦੇ ਵਿੱਚ, ਤਾਂ ਮਤਲਬ ਡੈਰੀ ਫਾਰਮਿੰਗ ਦੇ ਵਿੱਚ ਤੇ ਮਤਲਬ ਐਗਰੀਕਲਚਰ ਦੇ ਵਿੱਚ ਬਹੁਤ ਜ਼ਿਆਦਾ ਕਾਮਿਆਂ ਦੀ ਹਮੇਸ਼ਾ ਤੋਂ ਘਾਟ ਰਹੀ ਆ ਹਨਾ, ਕਿਉਂਕਿ ਮਤਲਬ ਇਹ ਜਿਹੜਾ ਕੰਮ ਹੁੰਦਾ ਬਹੁਤ ਜ਼ਿਆਦਾ ਹਾਰਡ ਵਰਕਰ ਵਾਲਾ ਕੰਮ ਹੁੰਦਾ ਹਨਾ, ਤਾਂ ਕਰਕੇ ਅਸੀਂ ਜਿਹੜੇ ਇੰਡੀਅਨਸ ਕਮਿਊਨਿਟੀ ਆ ਹਨਾ ਇਸ ਕੰਮ ਨੂੰ ਪ੍ਰੈਫਰੈਂਸ ਕਰਦੇ ਹੈਗੇ ਆ। ਹਾਂਜੀ, ਬਟ ਹੁਣ ਨਿਊਜ਼ੀਲੈਂਡ ਇਮੀਗ੍ਰੇਸ਼ਨ ਸਾਨੂੰ ਮਤਲਬ ਕੋਵਿਡ-19 ਕਰਕੇ ਕਹਿ ਲਓ ਜਾਂ ਉੱਥੇ ਇਲੈਕਸ਼ਨ ਕਰਕੇ ਕਹਿ ਲਓ ਹਨਾ, ਮਤਲਬ ਸਾਨੂੰ ਮਤਲਬ ਕੁਝ ਸੁਰ ਪਤਾ ਨਹੀਂ ਦੇ ਰਹੀ ਹੈਗੀ। ਤੇ ਤੁਹਾਡੇ ਡਿਪਾਰਟਮੈਂਟ ਤੁਹਾਡੀ ਬਾਂਹ ਫੜ ਰਿਹਾ? ਡਿਪਾਰਟਮੈਂਟ ਕੀ ਕਹਿ ਰਿਹਾ ਤੁਹਾਡਾ, ਕਿਉਂਕਿ ਤੁਸੀਂ ਉਹਨਾਂ ਨੂੰ ਆਪਣਾ ਸਮਾਂ ਦਿੱਤਾ ਆ ਆਪਣਾ, ਕਿਉਂਕਿ ਉੱਥੇ ਸਮੇਂ ਦੀ ਸਭ ਤੋਂ ਵੱਡੀ ਦਿੱਕਤ ਹੈ ਬਾਹਰਲੇ ਮੁਲਕਾਂ ਦੇ ਵਿੱਚ, ਡਿਪਾਰਟਮੈਂਟ ਤੁਹਾਡਾ ਕੀ ਕਹਿ ਰਿਹਾ? ਸਰ ਉਹ ਇਹੀ ਕਹਿ ਰਿਹਾ ਆ ਕਿ ਮਤਲਬ ਜਦੋਂ ਤੁਸੀਂ ਇੱਥੇ ਨਿਊਜ਼ੀਲੈਂਡ ਦੇ ਵਿੱਚ ਆ ਜਾਓਗੇ ਤਾਂ ਤੁਸੀਂ ਮੁੜ ਆਪਣੀਆਂ ਜੌਬਾਂ ਤੇ ਆ ਜਾਓਗੇ ਹਨਾ, ਬਟ ਮੇਨ ਜਿਹੜਾ ਰੀਜ਼ਨ ਆ ਮਤਲਬ ਨਿਊਜ਼ੀਲੈਂਡ ਇਮੀਗ੍ਰੇਸ਼ਨ ਸਾਨੂੰ ਕੁਝ ਵੀ ਮਤਲਬ ਕਮੈਂਟਬਾਜ਼ੀ ਨਹੀਂ ਕਰ ਰਹੀ ਹੈਗੀ, ਜਦ ਕਿ ਸਾਡੇ ਕੋਲ ਵੈਲਿਡ ਵੀਜ਼ੇ ਹੈਗੇ ਆ ਹਨਾ, ਸਾਡੇ ਕੋਲ ਓਪਨ ਵਰਕ ਵੀਜ਼ੇ ਹੈਗੇ ਆ, ਅਸੀਂ ਜਿੱਥੇ ਮਰਜ਼ੀ ਕੰਮ ਕਰ ਸਕਦੇ ਆ ਹਨਾ, ਤੇ ਮਤਲਬ ਇਹ ਸਾਡੇ ਨਾਲ ਇਦਾਂ ਕਿਉਂ ਕਰ ਰਹੀ ਆ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਹੈਗਾ, ਜਦ ਕਿ ਮਤਲਬ ਕੈਨੇਡਾ ਹੋ ਗਿਆ, ਆਸਟ੍ਰੇਲੀਆ ਹੋ ਗਿਆ ਜਾਂ ਹੋਰ ਕਈ ਕੰਟਰੀਆਂ ਹੈਗੀਆਂ ਹਨਾ ਵਰਕ ਵੀਜ਼ਾ ਹੋਲਡਰ ਲੈ ਕੇ ਜਾ ਰਹੀਆਂ, ਤੇ ਨਿਊਜ਼ੀਲੈਂਡ ਕਿਉਂ ਨਹੀਂ ਲੈ ਕੇ ਜਾ ਰਿਹਾ ਹੈਗਾ? ਸਾਨੂੰ ਜਸਟ ਇਹੀ ਮਤਲਬ ਕਹਿ ਰਿਹਾ ਕਿ ਸਾਡੇ ਕੋਲ ਕੁਆਰੰਟਾਈਨ ਦੀ ਸੁਵਿਧਾ ਨਹੀਂ ਹੈਗੀ ਹਨਾ, ਤੇ ਸਾਨੂੰ ਇਸ ਚੀਜ਼ ਦਾ ਇਹ ਲੱਗਦਾ ਪਿਆ ਕਿ ਜਿਹੜਾ ਇਹ ਮਤਲਬ ਜਸਟ ਇੱਕ ਲੇਮ ਐਕਸਕਿਊਜ਼ ਆ ਹਨਾ, ਸਾਨੂੰ ਡਿਨਾਈਡ ਕੀਤਾ ਜਾ ਰਿਹਾ। ਸਾਨੂੰ ਕਿਉਂ ਜਿਹੜੀ ਸਾਈਟ ਦੇ ਉੱਪਰ ਅਪਲਾਈ ਕਰਦੇ ਹੋ ਤੁਸੀਂ, ਉੱਥੇ ਰਿਪਲਾਈ ਕੀ ਆਉਂਦਾ ਜਾਂ ਫਿਰ ਉਹ ਤੁਹਾਨੂੰ ਇਗਨੋਰ ਕਰ ਰਿਹਾ? ਹਾਂਜੀ ਸਰ, ਸਾਨੂੰ ਉੱਥੇ ਵੀ ਅਸੀਂ ਕਈ ਵਾਰ ਮਤਲਬ ਉੱਥੇ ਆਪਣੀ ਕੋਸ਼ਿਸ਼ ਕੀਤੀ ਆ ਹਨਾ ਕਿ ਸਾਨੂੰ ਮਤਲਬ ਵੀਜ਼ਾ ਮਤਲਬ ਦੁਆਰਤੀ ਐਕਸੈਪਸ਼ਨ ਮਿਲ ਸਕੇ, ਪਰ ਨਹੀਂ, ਅਸੀਂ ਬਾਰ-ਬਾਰ ਸਾਨੂੰ ਉੱਥੇ ਆਟੋ ਲੱਗਾ ਆ, ਸਾਨੂੰ ਡਿਨਾਈਡ ਕੀਤਾ ਜਾ ਰਿਹਾ ਬਾਰ-ਬਾਰ। ਕੀ ਕਾਰਨ ਕੀ ਮੰਨਦੇ ਹੋ ਕਿਉਂ ਕੀਤਾ ਜਾ ਰਿਹਾ ਹੈ? ਕਿਉਂਕਿ ਸਰ ਮਤਲਬ ਉੱਥੇ ਮਤਲਬ ਇਲੈਕਸ਼ਨਸ ਆ ਹਨਾ, ਤੇ ਉਹ ਆਪਣੇ ਜ਼ਿਆਦਾਤਰ ਜਿਹੜੇ ਸਿਟੀਜ਼ਨ ਜਾਂ ਪੀਆਰ ਆ ਉਹਨਾਂ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਹੋ ਰਹੇ ਹਨਾ, ਤੇ ਬਟ ਸਾਡੇ ਕੋਲ ਸਰ ਮਤਲਬ ਵੈਲਿਡ ਐਂਟਰੀਆਂ 3-3 ਸਾਲ ਦੇ ਓਪਨ ਵਰਕ ਵੀਜ਼ੇ ਆ ਹਨਾ, ਤੇ ਇਹ ਸਰ ਵਰਕ ਵੀਜ਼ੇ ਅਸੀਂ ਮਤਲਬ ਬਹੁਤ ਜ਼ਿਆਦਾ ਮਿਹਨਤਾਂ ਤੋਂ ਬਾਅਦ ਗੈਟ ਕੀਤੇ ਆ ਹਨਾ, ਤੁਹਾਨੂੰ ਪਤਾ ਹੀ ਆ ਇੱਥੋਂ ਅਸੀਂ ਕਿੰਨੀਆਂ ਫੀਸਾਂ ਲਾ ਕੇ ਉੱਥੇ ਨਿਊਜ਼ੀਲੈਂਡ ਪਹੁੰਚਦੇ ਆ ਹਨਾ, ਤੇ ਉਸ ਤੋਂ ਬਾਅਦ ਅਸੀਂ ਆਪਣੀ ਸਟੱਡੀ ਕੰਪਲੀਟ ਕਰਦੇ ਆ, ਤੇ ਉਸ ਤੋਂ ਬਾਅਦ ਫਿਰ ਸਾਨੂੰ ਵਰਕ ਵੀਜ਼ੇ ਮਿਲਦੇ ਆ ਹਨਾ, ਤੇ ਫਿਰ ਮਤਲਬ ਐਦਾਂ ਦੀ ਸਿਚੁਏਸ਼ਨ ਦੇ ਵਿੱਚ ਆ ਕੇ ਸਰਕਾਰ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕਰ ਰਹੀ ਹੈ। ਤੁਹਾਡੀ ਫੈਮਿਲੀ ਇੱਥੇ ਹੈ ਕਿ ਜਾਂ ਉਹ? ਸਰ ਮੈਂ ਮਤਲਬ ਇੱਥੇ ਆਇਆ ਸੀਗਾ ਫਰਵਰੀ ਦੇ ਵਿੱਚ ਆਇਆ ਸੀਗਾ ਆਪਣੀ ਮਿਸੀ ਦੇ ਨਾਲ, ਕਿਉਂਕਿ ਮੇਰੀ ਮਦਰ ਦੀ ਸਿਹਤ ਠੀਕ ਨਹੀਂ ਸੀ ਹਨਾ, ਤੇ ਮੈਂ ਉਹਨਾਂ ਦੀ ਟੇਕ ਕੇਅਰ ਕਰਨ ਵਾਸਤੇ ਆਇਆ ਸੀ ਹਨਾ, ਬਟ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਸੀਗਾ ਕਿ ਸਾਡਾ ਜਿਹੜਾ ਫਿਊਚਰ ਆ ਹਨਾ
ਮਤਲਬ ਡਾਰਕਨੈਸ ਵਿੱਚ ਵੱਲ ਚੱਲੀ ਜਾਏਗਾ ਮਤਲਬ। ਬਿਲਕੁਲ ਫਿਊਚਰ ਇੱਕ ਹਿਸਾਬ ਨਾਲ ਦਾਤ ਲੱਗਾ ਪਿਆ, ਕਿਉਂਕਿ ਬਾਈ ਹੁਣਾਂ ਦੇ ਜਿਵੇਂ 1 ਮਹੀਨਾ ਰਹਿ ਗਿਆ ਕਿ ਵੀਜ਼ਾ ਖਤਮ ਹੋ ਜਾਣਾ, ਤਾਂ ਇੱਥੋਂ ਬਹੁਤ ਸਾਰੇ ਸਾਡੇ ਵਿੱਚ ਇਦਾਂ ਦੇ ਵਰਕ ਵੀਜ਼ਾ ਹੋਲਡਰ ਹੈਗੇ ਆ ਜਿਨ੍ਹਾਂ ਦੇ ਈਵਨ ਦੀ ਮਤਲਬ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਮਤਲਬ ਉਹਨਾਂ ਦੇ ਜਿਹੜੇ ਵੀਜ਼ੇ ਆ ਉਹ ਐਕਸਪਾਇਰ ਹੋ ਜਾਣਗੇ। ਜੇ ਜਦੋਂ ਇੱਕ ਵਾਰੀ ਉਹਨਾਂ ਦੇ ਵੀਜ਼ੇ ਐਕਸਪਾਇਰ ਹੋ ਗਏ ਤਾਂ ਉਹ ਲੀਗਲੀ ਤਰੀਕੇ ਨਾਲ ਉੱਥੇ ਜਾਣ ਦੇ ਕੈਪੇਬਲ ਨਹੀਂ ਹੈਗੇ, ਹਨਾ। ਬਹੁਤ ਸਾਰੇ ਇਦਾਂ ਦੇ ਹੈਗੇ ਆ। ਉਹ ਤਾਂ ਫਿਰ ਜ਼ੀਰੋ ਹੋ ਜਾਣਗੇ ਇੱਕਦਮ, ਜੇ 6 ਦਿਨ ਜ਼ੀਰੋ ਹੋ ਜਾਣਗੇ। ਜਿਹਨਾਂ ਨੇ ਉੱਥੇ 5 ਸਾਲ ਜਾਂ 10 ਸਾਲ ਕੰਮ ਕੀਤਾ ਉਹਨਾਂ ਦੀ ਮਤਲਬ ਬਿਲਕੁਲ ਜ਼ੀਰੋ ਆ। ਮਤਲਬ ਈਵਨ ਦੀ ਉਹਨਾਂ ਉੱਥੇ ਗੱਡੀਆਂ ਖੜੀਆਂ ਹਨਾ, ਰੈਂਟ ਤੇ ਘਰ ਲਏ ਹੋਏ ਆ ਹਨਾ, ਤੇ ਸਭ ਕੁਝ ਐਜੂਕੇਸ਼ਨਲ ਡਾਕੂਮੈਂਟ ਵੀ ਉੱਥੇ ਹੈਗੇ ਆ ਹਨਾ। ਫਿਰ ਸਾਡੇ ਨਾਲ ਤਾਂ ਕਿਉਂ ਧੱਕਾ ਕੀਤਾ ਯਾਰ, ਸਾਨੂੰ ਇਸ ਚੀਜ਼ ਦਾ ਪਤਾ ਨਹੀਂ। ਬਿਲਕੁਲ ਇਹ ਹੈ ਤਾਂ ਜਮਾ ਧੱਕਾ, ਕਿਉਂਕਿ 10-10 ਸਾਲ ਲਾ ਕੇ ਇੱਕ ਕੰਟਰੀ ਨੂੰ 10 ਸਾਲ ਦੇਣੇ ਆਪਣੇ, ਉਹ ਵੀ ਉਹ 10 ਸਾਲ ਜਦੋਂ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਹੁੰਦਾ। ਇਹ ਇਹਨਾਂ ਲੋਕਾਂ ਨੇ, ਇਹਨਾਂ ਨੌਜਵਾਨਾਂ ਨੇ ਉੱਥੇ ਪਹਿਲਾਂ ਸਟੱਡੀ ਦੇ ਬੋਰੀਆਂ ਭਰ ਕਹਿ ਸਕਦੇ ਆ ਕਿ ਪੈਸੇ ਦਿੱਤੇ ਆ, ਹਜ਼ਾਰਾਂ ਡਾਲਰ ਜਿਹੜੇ ਉਹਨਾਂ ਨੂੰ ਦਿੱਤੇ ਆ, ਉੱਥੇ ਇਨਵੈਸਟਮੈਂਟ ਕੀਤੀ ਆ, ਤੇ ਹੁਣ ਜਦੋਂ ਲੋੜ ਪਈ ਆ ਇਹਨਾਂ ਨੂੰ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਜਿਹੜੀਆਂ ਸਤੰਬਰ ਦੇ ਵਿੱਚ ਉੱਥੇ ਇਲੈਕਸ਼ਨਾਂ ਹੋਣੀਆਂ ਨੇ, ਉਹਨਾਂ ਇਲੈਕਸ਼ਨਾਂ ਦੇ ਕਰਕੇ ਜੋ ਸਿਆਸਤ ਹੁੰਦੀ ਹੈ ਉਹ ਸਿਆਸਤ ਖੇਡੀ ਜਾ ਰਹੀ ਹੈ। ਨੌਜਵਾਨ ਹੋ ਰਹੇ ਸਰਦਾਰ ਸਾਹਿਬ, ਕੀ ਨਾਮ ਹੈ ਤੁਹਾਡਾ? ਭਾਜੀ ਮੇਰਾ ਨਾਮ ਜਸਪ੍ਰੀਤ ਸਿੰਘ ਆ ਤੇ ਮੈਨੂੰ ਨਿਊਜ਼ੀਲੈਂਡ 4 ਸਾਲ ਹੋ ਗਏ ਗਏ ਨੂੰ। ਮੈਂ ਉੱਥੇ ਸਟੱਡੀ ਵੀਜ਼ੇ ਦੇ ਉੱਤੇ ਗਿਆ ਸੀ ਤੇ ਇਸ ਟਾਈਮ ਮੈਂ ਉੱਥੇ ਓਪਨ ਵਰਕ ਪਰਮਿਟ ਦੇ ਉੱਪਰ ਹਾਂ ਜੀ। ਜਸਪ੍ਰੀਤ, ਕੀ ਲੱਗਦਾ ਪੰਜਾਬ ਵੀ ਤੁਸੀਂ ਲੰਬਾ ਸਮਾਂ ਰਹੇ ਹੋ, ਇੱਥੇ ਵੀ ਚੀਜ਼ਾਂ ਦੇਖੀਆਂ ਹੋਣਗੀਆਂ, ਹੁਣ ਨਿਊਜ਼ੀਲੈਂਡ ਵੀ ਤੁਸੀਂ 4 ਸਾਲ ਵਾਲੇ, ਉੱਥੋਂ ਦੇ ਵੀ ਸਿਸਟਮ ਨੂੰ ਸਮਝਿਆ ਤੁਸੀਂ, ਹੁਣ ਇੱਥੇ ਆ ਕੇ ਮੈਨੂੰ ਲੱਗਦਾ ਕਿ ਫਿਰ ਤੁਸੀਂ ਜ਼ੀਰੋ ਦੇ ਕੰਢੇ ਤੇ ਖੜ ਗਏ ਆ ਕੇ। ਕੀ ਲੱਗਦਾ ਦੋਵੇਂ ਮੁਲਕਾਂ ਦੀ ਸਿਆਸਤ ਜਾਂ ਦੋਵੇਂ ਮੁਲਕਾਂ ਦੇ ਸਿਸਟਮ ਨੂੰ ਕਿਵੇਂ ਸਮਝਦੇ ਹੋ ਤੁਸੀਂ? ਦੇਖੋ ਭਾਜੀ, ਇਸ ਟਾਈਮ ਅਸੀਂ ਆਏ ਸੀ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ, 4 ਸਾਲ ਬਾਅਦ ਮੈਂ ਇੱਥੇ ਆਇਆ ਸੀਗਾ, ਤੇ ਇਸ ਟਾਈਮ ਗਵਰਨਮੈਂਟ ਸਾਨੂੰ ਲਾਰੇ ਲਾ ਰਹੀ ਹੈਗੀ ਜੀ। ਅਸੀਂ ਉੱਥੋਂ ਦਾ ਮੀਡੀਆ ਵੀ ਉਹਨਾਂ ਨੂੰ ਇਹੀ ਕੁਐਸਚਨ ਪੁੱਛ ਰਿਹਾ ਵੀ ਇਹਨਾਂ ਨੂੰ ਟਾਈਮ ਫਰੇਮ ਦੇਵੋ, ਕਦੋਂ ਤੱਕ ਤੁਸੀਂ ਇਹਨਾਂ ਨੂੰ ਵਾਪਸ ਬੁਲਾ ਸਕਦੇ ਹੋ। ਪਰ ਉਹਨਾਂ ਨੇ ਜਸਟ ਸਾਨੂੰ ਐਵੇਂ ਕਲਾਰੇ ਲਾਉਣ ਦੇ ਲਈ ਇੱਕ ਵੈਬਸਾਈਟ ਬਣਾਈ ਹੋਈ ਆ, ਆਪਣੀ ਵੈਬਸਾਈਟ ਦੇ ਉੱਪਰ ਲਿੰਕ ਦਿੰਦੇ ਆ ਤੇ ਉਹਦੇ ਉੱਪਰ ਅਸੀਂ ਅਪਲਾਈ ਕਰਦੇ ਆ ਤੇ ਸਾਨੂੰ ਆਟੋਮੈਟਿਕ ਰਿਪਲਾਈ ਆ ਜਾਂਦਾ ਵੀ ਤੁਹਾਡੀ ਫਾਈਲ ਸਕਸੈਸਫੁਲੀ ਪ੍ਰੋਸੈਸ ਨਹੀਂ ਹੋਈ। ਤੇ ਜੇ ਤੁਹਾਡੇ ਕੋਲ ਕੋਈ ਰਿਪਲਾਈ ਹੈ ਤਾਂ ਮੈਂ ਚਾਹੁੰਦਾ ਕਿ ਆਪਾਂ ਦੇਖੀਏ ਤਾਂ ਕਿਸ ਤਰੀਕੇ ਨਾਲ ਉੱਥੇ ਅਪਲਾਈ ਕਰਦੇ ਨੇ, ਤਾਂ ਉਧਰੋਂ ਰਿਪਲਾਈ ਕੀ ਹੁੰਦਾ। ਜਸਪ੍ਰੀਤ ਮੇਲ ਕੱਢ ਰਹੇ ਨੇ, ਉਹਨਾਂ ਚਿਰ ਬਾਈ ਨਾਲ ਗੱਲ ਕਰਦੇ। ਬਾਈ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਦਵਿੰਦਰ ਸਿੰਘ ਹੈ। ਦਵਿੰਦਰ, ਤੁਸੀਂ ਉੱਥੇ ਕਿਹੜੇ ਸ਼ਹਿਰ 'ਚ ਰਹਿੰਦੇ ਹੋ ਤੇ ਕਦੋਂ ਤੋਂ ਰਹਿ ਰਹੇ ਹੋ ਤੇ ਕਿੱਦਾਂ ਗਏ ਸੀ ਇੱਥੋਂ? ਮੈਂ ਪਿਛਲੇ 3 ਸਾਲ ਤੋਂ ਹੀ ਕ੍ਰਾਈਸਟਚਰਚ ਸ਼ਹਿਰ ਦੇ ਵਿੱਚ ਰਹਿ ਰਿਹਾ ਤੇ ਮੈਂ 2 ਸਾਲ ਦੀ ਸਟੱਡੀ ਕੀਤੀ, ਹਜ਼ਾਰਾਂ ਡਾਲਰ ਮੈਂ ਸਪੈਂਡ ਕੀਤਾ ਆਪਣੀ ਸਟੱਡੀ ਤੇ ਹੁਣ ਟਾਈਮ ਸੀਗਾ ਵਰਕ ਵੀਜ਼ੇ ਦਾ ਹੀ, ਤੇ ਆਪਣੀ ਫੈਮਿਲੀ ਨੂੰ ਮਿਲ ਆਏ ਤਾਂ ਅਸੀਂ ਕੰਪਲੀਟਲੀ ਸਟਕ ਹੋ ਕੇ ਰਹਿ ਗਏ। ਤੇ ਗਵਰਨਮੈਂਟ ਵੱਲੋਂ ਸਾਨੂੰ ਕੋਈ ਆਸ਼ਵਾਸਨ ਨਹੀਂ ਮਿਲ ਰਿਹਾ ਅਸੀਂ ਕਦੋਂ ਵਾਪਸ ਜਾਵਾਂਗੇ। ਜਦੋਂ ਉਧਰਲੀ ਮੀਡੀਆ ਉਹਨਾਂ ਨੂੰ ਆਨਸਰ ਕਰਦੀ ਆ ਤਾਂ ਉਹਨਾਂ ਦਾ ਇੱਕੋ ਹੀ ਰਿਪਲਾਈ ਹੁੰਦਾ ਵੀ ਅਸੀਂ ਜਲਦੀ ਤੋਂ ਜਲਦੀ ਨਹੀਂ ਕਰ ਸਕਦੇ ਕਿਉਂਕਿ ਕੋਵਿਡ-19 ਦਾ ਚੱਲ ਰਿਹਾ ਤੇ ਸਾਡੇ ਕੋਲ ਕੁਆਰੰਟਾਈਨ ਦਾ ਫੈਸਿਲਿਟੀਜ਼ ਨਹੀਂ ਹੈਗੀਆਂ। ਬਸ ਸਾਨੂੰ ਕੋਈ ਇੱਕ ਡੈਡਲਾਈਨ ਵੀ ਨਹੀਂ ਦਿੱਤੀ ਗਈ ਵੀ ਤੁਹਾਡਾ ਕਦੋਂ ਤੱਕ ਤੁਸੀਂ ਆ ਸਕਦੇ ਹੋ ਜਾਂ ਨਹੀਂ ਆ ਸਕਦੇ। ਤਾਂ ਜਸਪ੍ਰੀਤ, ਰਿਪਲਾਈ ਮੈਂ ਚਾਹੁੰਦਾ ਕਿ ਇੱਕ ਵਾਰੀ ਜ਼ਰੂਰ ਦਿਖਾਇਆ ਜਾਵੇ। ਤਾਂ ਇਹ ਰਿਪਲਾਈ ਜਿਹੜਾ ਜਸਪ੍ਰੀਤ ਨੇ ਜਦੋਂ ਅਪਲਾਈ ਕੀਤਾ ਤਾਂ ਇਹ ਅੱਗੋਂ ਰਿਪਲਾਈ ਆਉਂਦਾ। ਇਹ 18 ਤਰੀਕ ਨੂੰ ਇਹਨਾਂ ਨੇ ਜਿਹੜਾ ਸੀਗਾ 18 ਤਰੀਕ ਦੀ ਮੈਨੂੰ ਲੱਗਦਾ ਕਿ ਡੇਟ ਆਫ ਬਰਥ ਹੈ। ਤਾਂ ਫਿਰ ਜਦੋਂ ਕਿੰਨੀ ਵਾਰੀ ਅਪਲਾਈ ਕੀਤਾ? ਭਾਜੀ ਮੈਂ 2 ਵਾਰ ਟਰਾਈ ਕਰ ਚੁੱਕਾ ਆ ਤੇ ਦੋਨੋਂ ਵਾਰ ਉਹਨਾਂ ਨੇ ਡਿਕਲਾਈਨ ਕਰ ਦਿੱਤਾ ਆ ਵਿਦਆਊਟ ਐਨੀ ਰੀਜ਼ਨ। ਜਸਟ ਕਹਿੰਦੇ ਬਾਰਡਰ ਕਲੋਜ਼ ਕਰਕੇ ਤੇ ਅਸੀਂ ਤੁਹਾਨੂੰ ਨਹੀਂ ਅਲਾਉ ਕਰ ਸਕਦੇ ਹੈਗੇ। ਹਾਲਾਂਕਿ ਉੱਥੋਂ ਦੇ ਸਿਟੀਜ਼ਨ ਤੇ ਹੋਰ ਬਹੁਤ ਟਰੈਵਲ ਕਰ ਰਹੇ, ਸਾਡੇ ਕੋਲ ਵੀ ਮੰਨ ਲਓ ਪ੍ਰੋਪਰ ਰਾਈਟ ਹੈਗਾ ਵਰਕ ਦੇ ਟਰੈਵਲ ਕਰਨ ਦੇ, ਤੇ ਸਾਨੂੰ ਨਾ ਕੋਈ ਵੈਲਿਡ ਰੀਜ਼ਨ ਦਿੰਦੇ। ਜਸਟ ਕਹਿੰਦੇ ਸਾਡੇ ਕੋਲ ਕੁਆਰੰਟਾਈਨ ਸਪੇਸ ਨਹੀਂ ਹੈਗੀ, ਤਾਂ ਕਰਕੇ ਐਵਰੀ ਟਾਈਮ ਸਾਡਾ ਡਿਕਲਾਈਨ ਕਰ ਦਿੰਦੇ। ਮੈਨੂੰ ਲੱਗਦਾ ਕਿ ਪਹਿਲਾ ਮੁਲਕ ਨਿਊਜ਼ੀਲੈਂਡ ਆ ਜਿਨੇ ਇਹ ਘੋਸ਼ਿਤ ਕਰਤਾ ਸੀਗਾ ਕਿ ਨਿਊਜ਼ੀਲੈਂਡ ਕਰੋਨਾ ਫ੍ਰੀ ਹੋ ਗਿਆ। ਚਲੋ ਠੀਕ ਹੈ, ਉਸ ਤੋਂ ਬਾਅਦ ਹਾਲਾਤ ਜੋ ਮਰਜ਼ੀ ਹੋਣਗੇ, ਪਰ ਉਹਨਾਂ ਨੂੰ ਖਿਆਲ ਤਾਂ ਆਪਣੇ ਬੰਦੇ ਦਾ, ਕਿਉਂਕਿ ਤੁਸੀਂ ਵੀ ਲਗਭਗ ਨਾਗਰਿਕ ਉੱਥੋਂ ਦੇ ਹੋ ਗਏ ਹੋ। ਹਾਂਜੀ ਭਾਜੀ, ਸਾਨੂੰ 4 ਸਾਲ ਹੋ ਗਏ ਉੱਥੇ ਰਹਿੰਦੇ ਨੂੰ। ਮੈਂ ਟੈਕਸ ਪੇ ਕਰਦਾ ਆ, ਆਪਣੇ ਕੰਮ ਤੇ ਟੈਕਸ ਪੇ ਕਰਦਾ, ਉੱਥੇ ਜੋ ਵੀ ਗੁੱਡਸ ਐਂਡ ਸਰਵਿਸ ਲੈਣਾ ਉੱਥੇ ਟੈਕਸ ਪੇ ਕਰਦਾ ਆ। ਤੇ ਮੈਂ 4 ਸਾਲਾਂ ਤੋਂ ਆਪਣਾ ਲਾਈਫ ਦਾ ਟਾਈਮ ਉੱਥੇ ਸਪੈਂਡ ਕਰ ਚੁੱਕਾ ਭਾਜੀ। ਮੈਂ 22 ਸਾਲ ਦਾ ਆ ਹੁਣ ਮੈਨੂੰ ਇਹ ਪਤਾ ਨਹੀਂ ਲੱਗ ਰਿਹਾ ਮੈਂ ਇੱਧਰ ਕੀ ਕਰੂੰਗਾ, ਕਿਉਂਕਿ ਮੈਂ ਜਿਹੜਾ ਮੇਰਾ ਟਾਈਮ ਸੀ ਮੈਂ ਉੱਧਰ ਸਪੈਂਡ ਕਰ ਚੁੱਕਾ ਭਾਜੀ। ਜਿਹੜਾ ਸੈੱਟ ਹੋਣ ਦਾ ਸਮਾਂ ਇੱਥੇ ਸੀ ਜਾਂ ਉਹ ਸਾਰਾ ਤੁਸੀਂ ਉੱਧਰ ਦੇਤਾ? ਕੋਈ ਹੋਪ ਨਹੀਂ ਲੱਗ ਰਹੀ ਵੀ ਮੈਂ ਇੱਧਰ ਸੈੱਟ ਹੋਵਾਂ ਕਿ ਉੱਧਰ ਜਾਊਂਗਾ, ਕੋਈ ਹੋਪ ਨਹੀਂ ਲੱਗ ਰਹੀ ਇਸ ਟਾਈਮ ਜੀ। ਤਾਂ ਔਖਾ ਹੋਇਆ ਪਿਆ। ਤਾਂ ਫੈਮਿਲੀ ਦਾ ਕੀ ਰਿਐਕਸ਼ਨ ਹੈਗਾ ਫਿਰ? ਭਾਜੀ ਫੈਮਿਲੀ ਵੀ ਬਸ ਸਟ੍ਰੈਸ ਦੇ ਵਿੱਚ ਆ, ਅਸੀਂ ਵੀ ਸਟ੍ਰੈਸ ਦੇ ਵਿੱਚ ਆ ਭਾਈ। ਇੱਥੇ ਅਨਐਮਪਲੋਇਡ ਆ, ਸਾਨੂੰ ਪਤਾ ਨਹੀਂ ਕੱਲ ਨੂੰ ਸਾਡਾ ਫਿਊਚਰ ਕੀ ਆ, ਉਸ ਚੀਜ਼ ਨੂੰ ਲੈ ਕੇ ਫੈਮਿਲੀ ਬਹੁਤ ਸਟ੍ਰੈਸ ਦੇ ਵਿੱਚ ਆ। ਹਾਂਜੀ, ਖੁੱਲ ਕੇ ਦੱਸ ਨਹੀਂ ਸਕਦੇ ਕਿਉਂਕਿ ਉਹ ਟੈਨਸ਼ਨ ਨਾ ਲੈ ਜਾਣ ਕਿਤੇ, ਹਨਾ, ਇਸ ਗੱਲ ਦੀ। ਅਸੀਂ ਆਲਰੇਡੀ ਸਟ੍ਰੈਸ ਦੇ ਵਿੱਚ ਆ, ਅਸੀਂ ਆਪਣੀ ਇਸ ਬਾਰੇ ਖੁੱਲ ਕੇ ਗੱਲ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਇਹ ਡਰ ਆ ਕਿ ਸਾਡੀ ਟੈਨਸ਼ਨ ਦੀ ਉਹਨਾਂ ਨੇ ਬਹੁਤ ਮਿਹਨਤ ਤੋਂ ਬਾਅਦ ਸਾਨੂੰ, ਫਿਰ ਉਹਨਾਂ ਦੇ ਸਾਹਮਣੇ ਅਸੀਂ ਘਰੇ ਵਿਹਲੇ ਸੀਗੇ, ਬੜੀ ਮਿਹਨਤ ਤੋਂ ਬਾਅਦ ਗਏ ਸੀ, ਬਟ ਹੁਣ ਫਿਰ ਉਹੀ ਹਾਲਾਤ ਆ ਗਏ ਜੋ ਪਹਿਲਾਂ ਸੀਗੇ। ਸੋ ਘਰਦਿਆਂ ਨੂੰ ਸੌਖੇ ਕਰਨ ਲਈ ਇਹ ਨੌਜਵਾਨ ਬਾਹਰ ਗਏ ਸੀ, ਪਰ ਹੁਣ ਅਸਲੀ ਹਾਲਾਤ ਦੱਸਣ ਤੋਂ ਵੀ ਡਰਦੇ ਨੇ ਕਿਉਂਕਿ ਘਰਦਿਆਂ ਨੇ ਇਨਵੈਸਟਮੈਂਟ ਕੀਤੀ
ਪੁੱਤ ਨੂੰ ਜਦੋਂ ਮਾਂ ਬਾਹਰ ਭੇਜਦੀ ਹੈ ਤਾਂ ਮਾਂ ਨੂੰ ਹੀ ਪਤਾ ਹੁੰਦਾ ਉਹਦੇ ਜਿਗਰੇ ਦੇ ਉੱਪਰ ਕੀ ਬੀਤਦੀ ਹੈ, ਤੇ ਪਰ ਜਦੋਂ ਅਜਿਹਾ ਸਮਾਂ ਆ ਜੇ ਤਾਂ ਫਿਰ ਹੋਰ ਜ਼ਿਆਦਾ ਔਖਾ ਹੋ ਜਾਂਦਾ ਕਿ ਇੰਨੇ ਪੈਸੇ ਲਾਉਣ ਤੋਂ ਬਾਅਦ ਜੇ ਅਜਿਹੇ ਹਾਲਾਤ ਨੇ ਤਾਂ ਫਿਰ ਹੋਰ ਡਰ ਲੱਗਦਾ। ਦਵਿੰਦਰ, ਮੈਨੂੰ ਲੱਗਦਾ ਕਿ ਤੁਸੀਂ ਸਟੱਡੀ ਹੁਣੇ ਕੰਪਲੀਟ ਕੀਤੀ ਆ, ਤਾਂ ਹੁਣ ਸਮਾਂ ਸੀਗਾ ਉਧਰ ਵਰਕ ਪਰਮਿਟ ਦਾ, ਤਾਂ ਅਸੀਂ ਉਸ ਸਿਚੁਏਸ਼ਨ ਦੇ ਵਿੱਚ ਵੀ ਨਹੀਂ ਹੈਗੇ ਵੀ ਦੁਬਾਰਾ ਇੱਕ ਸਟਾਰਟਅਪ ਕਰ ਸਕੀਏ ਆਪਦੀ ਲਾਈਫ ਦੇ ਵਿੱਚ, ਦੁਬਾਰਾ ਆਈਲੈਟਸ ਕਰੀਏ, ਕੰਟਰੀ ਦਾ ਸਟੱਡੀ ਵੀਜ਼ਾ ਅਪਲਾਈ ਕਰੀਏ, ਤਾਂ ਬਿਲਕੁਲ ਉਹ ਸਿਚੁਏਸ਼ਨ ਨਹੀਂ ਹੈਗੀ। ਬਿਲਕੁਲ ਅਸੀਂ ਹੋਪਲੈਸ ਹੋ ਗਏ ਹਾਂ। ਬਾਈ ਕੀ ਨਾਮ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅੰਮ੍ਰਿਤਪਾਲ ਸਿੰਘ ਹੈ ਜੀ ਤੇ ਮੈਂ ਕ੍ਰਾਈਸਟਚਰਚ 'ਚ 6 ਸਾਲ ਤੋਂ ਰਹਿ ਰਿਹਾ ਜੀ। ਰੈਸਟੋਰੈਂਟ ਵਿੱਚ ਐਜ਼ ਅ ਸ਼ੈਫ ਕੰਮ ਕਰ ਰਿਹਾ ਉੱਥੇ 5 ਸਾਲ ਤੋਂ ਜੀ। ਕੰਪਨੀਆਂ ਦੇ ਕੀ ਰਿਐਕਸ਼ਨ ਹੈਗੇ ਉੱਥੇ? ਚਲੋ ਠੀਕ ਹੈ, ਕੰਪਨੀਆਂ ਕੀ ਕਹਿ ਰਹੀਆਂ ਨੇ ਤੁਹਾਨੂੰ ਜਦੋਂ ਤੁਸੀਂ ਇੰਨਾ ਸਮਾਂ ਦੇਤਾ ਉੱਥੇ? ਕੰਪਨੀਆਂ ਜੀ ਸਪੋਰਟ ਕਰ ਰਹੀਆਂ ਨੇ ਵੈਸੇ ਤੇ ਉਹਨਾਂ ਨੇ ਜੌਬ ਹਜੇ ਹੋਲਡ ਤੇ ਪਾਈ ਹੋਈ ਆ ਵੀ ਚਲੋ ਜਦੋਂ ਤੱਕ ਇਮੀਗ੍ਰੇਸ਼ਨ ਨਹੀਂ ਕੋਈ ਸਾਥ ਦੇ ਰਹੀ ਤੇ ਉਦੋਂ ਤੱਕ ਹੋਲਡ ਤੇ ਹੈ, ਤੇ ਜਦੋਂ ਵੀ ਕੋਈ ਆਉਂਦਾ ਅੱਗੇ ਤਾਂ ਅਸੀਂ ਤੁਹਾਡੀ ਸਪੋਰਟ ਕਰਾਂਗੇ। ਬਟ ਇਹ ਗੱਲ ਇਹ ਹੈ ਵੀ ਹੁਣ ਅਸੀਂ 4 ਮੰਥ ਤੋਂ ਇੱਥੇ ਸਟਕ ਹੋਏ ਹੋਏ ਆ ਤੇ ਗਾਂ ਉਹਨਾਂ ਨੂੰ ਵੀ ਬੰਦਿਆਂ ਦੀ ਲੋੜ ਹੈ ਤੇ ਉਹ ਵੀ ਸਾਡੇ ਵੱਲ ਦੇਖ ਰਹੇ ਨੇ ਤੇ ਅਸੀਂ ਇਮੀਗ੍ਰੇਸ਼ਨ ਦੇ ਵੱਲ ਦੇਖ ਰਹੇ ਹਾਂ ਵੀ ਕਦੋਂ ਸਾਨੂੰ ਉਹ ਐਂਟਰ ਕਰਾਉਣ ਉੱਥੇ ਤੇ ਅਸੀਂ ਕੰਮ ਤੇ ਜਾਈਏ। ਤੇ ਗੱਲ ਤਾਂ ਇਹੀ ਹੈ ਵੀ ਬਸ ਇਮੀਗ੍ਰੇਸ਼ਨ ਦੀ ਇੱਕ ਟਾਈਮ ਫਰੇਮ ਅਸੀਂ ਕਹਿ ਰਹੇ ਹਾਂ ਵੀ ਸਾਨੂੰ ਕੋਈ ਟਾਈਮ ਫਰੇਮ ਦਿੱਤਾ ਜਾਵੇ ਵੀ ਵਰਕ ਵੀਜ਼ੇ ਵਾਲਿਆਂ ਨੂੰ ਬਿਲਕੁਲ ਹੀ ਇਗਨੋਰ ਹੀ ਕੀਤਾ ਜਾ ਰਿਹਾ ਉਹਨਾਂ ਵੱਲੋਂ। ਗੱਲ ਇਹ ਹੈ ਵੀ ਰੈਜ਼ੀਡੈਂਟਸ ਨੂੰ ਲੈ ਗਏ, ਉਹ ਸਿਟੀਜ਼ਨਸ ਨੂੰ ਲੈ ਗਏ ਤੇ ਵਰਕ ਵੀਜ਼ੇ ਲਈ ਉਹਨਾਂ ਨੇ ਐਗਜ਼ੈਂਪਸ਼ਨਾਂ ਦਿੱਤੀਆਂ ਹੋਈਆਂ ਨੇ ਜੋ ਕਿ ਬਹੁਤ ਔਖੀਆਂ ਨੇ। ਇੱਕ ਸਿਰਫ ਕ੍ਰਿਟੀਕਲ ਵਰਕਰ ਹੀ ਉੱਥੇ ਜਾ ਰਿਹਾ ਤੇ ਅਸੀਂ ਵੀ ਉਹੀ ਮਤਲਬ ਵਰਕ ਵੀਜ਼ੇ ਤੇ ਆ ਜਿੱਦਾਂ ਐਸੈਂਸ਼ੀਅਲ ਸਕਿੱਲਸ ਹੋ ਗਏ ਤਾਂ ਉਹ ਸਿਮਿਲਰ ਹੀ ਹੈ ਜੀ, ਬਟ ਉਹ ਸਿਰਫ ਹੀ ਇੱਕ ਕ੍ਰਿਟੀਕਲ ਵਰਕਰ ਨੂੰ ਹੀ ਲੈ ਕੇ ਜਾ ਰਹੇ ਨੇ। ਬਟ ਸਾਨੂੰ ਬਿਲਕੁਲ ਹੀ ਇਗਨੋਰ ਕੀਤਾ ਜਾ ਰਿਹਾ ਵੀ ਕਈਆਂ ਦੇ ਤਾਂ ਹੁਣ ਤੁਸੀਂ ਦੇਖ ਲਓ ਵੀ ਵੀਜ਼ੇ ਵੀ ਐਕਸਪਾਇਰ ਹੋਣੇ ਵਾਲੇ ਨੇ। ਮਤਲਬ ਮਾਹੌਲ ਬਹੁਤ ਹੀ ਸਟ੍ਰੈਸਫੁਲ ਇਸ ਟਾਈਮ ਹੋਇਆ ਹੋਇਆ, ਫਾਈਨੈਂਸ਼ੀਅਲੀ ਕੰਡੀਸ਼ਨ ਵੀ ਬਹੁਤ ਔਖੀ ਹੋਈ ਵੀ ਹੈ ਜੀ। ਅਮਰਤ ਜੀ, ਕਿਸੇ ਦੇ ਇੱਥੇ ਕਿਉਂਕਿ 6 ਸਾਲ ਤੁਸੀਂ ਉੱਥੇ ਰਹੇ ਹੋ, ਤੁਹਾਨੂੰ ਜ਼ਿਆਦਾ ਤਜਰਬਾ ਹੈ, ਜੇ ਇੱਥੇ ਜਿਵੇਂ ਉਹ ਬਾਈ ਹੋਣਾ ਦਾ ਜੇ ਵੀਜ਼ਾ ਐਕਸਪਾਇਰ ਹੋ ਜਾਂਦਾ, ਖਤਮ ਹੋ ਜਾਂਦਾ, ਤਾਂ ਫਿਰ ਉਹ ਇੱਥੋਂ ਅਪਲਾਈ ਕਰ ਸਕਦੇ ਨੇ ਕਿ ਜਾਂ ਉਹ ਫਿਰ ਜ਼ੀਰੋ ਹੋ ਜਾਣਗੇ? ਅਪਲਾਈ ਉਹ ਜ਼ਰੂਰ ਕਰ ਸਕਦੇ ਨੇ ਨਵਾਂ ਵੀਜ਼ਾ, ਬਟ ਗੱਲ ਕੀ ਹੈ ਜੀ ਉਹੀ ਹੈ ਵੀ ਡਿਕਲਾਈਨ ਰੇਟ ਬਹੁਤ ਨੇ। ਉਹਨਾਂ ਨੇ ਸਿੱਧਾ ਹੀ ਡਿਕਲਾਈਨ ਕਰਨਾ ਹੈ ਕਿਉਂਕਿ ਲਾਇਰਾਂ ਨੂੰ ਵੀ ਪੁੱਛਿਆ ਵੀ ਨਵੀਂ ਐਪਲੀਕੇਸ਼ਨ ਜਦੋਂ ਪਾਉਣੀ ਹੈ ਤਾਂ ਟਾਈਮ ਫਰੇਮ ਬਹੁਤ ਹੈ, ਲਾਈਕ 2-3 ਮੰਥਸ ਨੇ, ਠੀਕ ਹੈ ਜੀ। ਤੇ ਇੱਕ ਉੱਪਰੋਂ ਡਿਕਲਾਈਨ ਰੇਟ ਬਹੁਤ ਚੱਲ ਰਿਹਾ ਹੈ। ਨਵੀਂ ਐਪਲੀਕੇਸ਼ਨ ਚਾਹਤੀ ਤੁਸੀਂ ਜ਼ੀਰੋ ਹੀ ਸਮਝੋ, ਹਾਂਜੀ, ਵੀ ਉਹਦੇ ਵਿੱਚ ਨਾ ਤਾਂ ਫਿਊਚਰ ਹੈ ਕੋਈ ਤੇ ਉਹਦੇ ਵਿੱਚ ਹੁਣ EMPLOYER ਵੀ ਕਿਹੜਾ ਸਾਥ ਦੇਗਾ ਹਨਾ। ਪਹਿਲੀ ਗੱਲ ਤੇ ਇਹ ਹੈ ਵੀ EMPLOYER ਤੋਂ ਆਪਾਂ ਡਾਕੂਮੈਂਟ ਲਵਾਂਗੇ ਤਾਂ ਸਾਰਾ ਕੁਝ ਅਪਲਾਈ ਕਰਾਂਗੇ ਇਮੀਗ੍ਰੇਸ਼ਨ 'ਚ ਜਿੱਦਾਂ ਵੀ ਹੈਗਾ ਜੀ, ਤੇ ਉਸ ਤੋਂ ਬਾਅਦ ਹੀ ਅਗਲਾ ਪ੍ਰੋਸੈਸ ਸ਼ੁਰੂ ਹੋਏਗਾ। ਅੱਛਾ, ਮੈਂ ਕਿਤੇ ਪੜ੍ਹਿਆ ਸੀ, ਸ਼ਾਇਦ ਤੁਸੀਂ ਦੱਸ ਰਹੇ ਸੀਗੇ ਕਿ ਵਰਕ ਪਰਮਿਟ ਵਾਲਿਆਂ ਨੂੰ ਤਾਂ ਇਗਨੋਰ ਕੀਤਾ ਜਾ ਰਿਹਾ, ਪਰ ਜਿਹੜੇ ਨਵੇਂ ਸਿਰੋਂ ਜਾਣਾ ਚਾਹੁੰਦੇ ਨੇ ਸਟੱਡੀ ਵੀਜ਼ੇ ਦੇ ਉੱਪਰ, ਕਿਉਂਕਿ ਉਹਨਾਂ ਨੂੰ ਉਹ ਕਹਿ ਰਹੇ ਨੇ ਕਿ ਵੈਲਕਮ ਹੈ, ਤੁਸੀਂ ਆਓ ਇੱਧਰ, ਤਾਂ ਉਹ ਇਨਵੈਸਟਮੈਂਟ ਨੂੰ ਦੇਖ ਰਹੇ ਆ, ਪਰ ਜਿੰਨਾ ਪਹਿਲਾਂ ਇਨਵੈਸਟਮੈਂਟ ਕਰਤੀ ਉਹਨਾਂ ਵੱਲ ਇਗਨੋਰ ਕਰ ਰਹੇ। ਹਾਂਜੀ, ਇਹ ਗੱਲ ਵੀ ਹੈਗੀ ਹੈ ਜੀ। ਜਿੱਦਾਂ ਕਿ ਹੁਣ ਨਵੇਂ ਸਟੂਡੈਂਟ ਅਪਲਾਈ ਕਰਦੇ ਨੇ, ਮਤਲਬ ਕਿ ਫੀਸਾਂ ਭਰ ਕੇ ਜਾਂਦੇ ਨੇ, ਬਟ ਕਈ ਇਦਾਂ ਦੇ ਵੀ ਨੇ ਜਿਹੜੇ ਇੱਥੇ ਫਸੇ ਹੋਏ ਨੇ, ਉਹਨਾਂ ਨੇ ਫੀਸਾਂ ਵੀ ਪੇ ਕੀਤੀਆਂ ਬਟ ਉਹਨਾਂ ਨੂੰ ਵੀ ਕੋਈ ਉਹ ਰਾਹ ਨਹੀਂ ਦੇ ਰਹੇ ਮਤਲਬ ਕਿ ਅਲਾਓ ਕਰਨ ਵੀ ਹਾਂਜੀ ਫੀਸਾਂ ਭਰੀਆਂ ਹੋਈਆਂ ਨੇ ਤਾਂ ਤੁਸੀਂ ਆ ਕੇ ਸਟੱਡੀ ਕਰੋ ਜਿੱਦਾਂ ਵੀ ਹੈਗਾ। ਮਤਲਬ ਉਹਨਾਂ ਨੂੰ ਕੋਈ ਮਤਲਬ ਉਹਨਾਂ ਵੱਲੋਂ ਕੋਈ ਵੀ ਬਿਲਕੁਲ ਇਗਨੋਰ ਕੀਤਾ ਜਾ ਰਿਹਾ ਜਿੱਦਾਂ। ਤੇ ਇਹੀ ਹੈ ਜੀ ਮੇਨ ਰੀਜ਼ਨ ਤਾਂ ਆਹੀ ਹੈ ਵੀ ਸਟੂਡੈਂਟ ਤੇ ਜਿਹੜੇ ਵਰਕ ਵੀਜ਼ਾ ਹੋਲਡਰਸ ਨੇ ਉਹਨਾਂ ਨੂੰ ਬਿਲਕੁਲ ਹੀ ਇਮੀਗ੍ਰੇਸ਼ਨ ਦੇ ਵੱਲੋਂ ਇਗਨੋਰ ਕੀਤਾ ਜਾ ਰਿਹਾ। ਬਸ ਇਹੀ ਇੱਕ ਰੀਜ਼ਨ ਦੇ ਰਹੇ ਨੇ ਉਹ ਵੀ ਸਾਡੇ ਕੋਲ ਸੈਲਫ ਆਈਸੋਲੇਸ਼ਨ ਜੋ ਕਿ ਕੁਆਰੰਟਾਈਨ ਕਰਦੇ ਨੇ ਉਹ 15 ਦਿਨ ਲਈ ਸਾਡੇ ਕੋਲ ਕੈਪੈਸਿਟੀ ਨਹੀਂ ਹੈਗੀ ਤੇ ਬਟ ਉਸ ਦੇ ਵਿੱਚ ਟਾਈਮ ਫਰੇਮ ਜ਼ਿਆਦਾ ਜਾ ਰਿਹਾ। ਹੁਣ 3-4 ਮੰਥਸ ਹੋ ਗਏ ਮੈਨੂੰ ਸਟਕ ਹੋਏ ਨੂੰ ਇੱਥੇ ਤੇ ਫਾਈਨੈਂਸ਼ੀਅਲ ਕੰਡੀਸ਼ਨ ਵੀ ਤੇ ਸਟ੍ਰੈਸਫੁਲ ਵੀ ਬਹੁਤ ਹੈ ਮਾਹੌਲ ਤੇ ਇਦਾਂ ਹੀ ਹੈ ਬਸ। ਪੰਜਾਬੀਆਂ ਨੂੰ ਤਾਂ ਵੈਸੇ ਕੱਲੇ ਰੁਪਈਏ ਦਾ ਹਿਸਾਬ ਹੁੰਦਾ ਉੱਥੇ ਰਹਿ ਕੇ ਕਿਦਾਂ, ਤੇ ਕਿੰਨਾ ਕੁ ਪੈਸਾ ਤੁਸੀਂ ਇਨਵੈਸਟ ਕੀਤਾ ਹੋਊਗਾ ਉੱਥੇ? ਮੈਂ ਨੀਅਰ ਅਬਾਊਟ $30,000 ਇਨਵੈਸਟ ਕੀਤਾ ਜਦੋਂ ਮੈਂ ਸਟੱਡੀ ਕਰਨ ਗਿਆ ਸੀਗਾ ਜੀ। ਤੇ ਪਹਿਲੇ 2 ਸਾਲ ਮੇਰੀ ਸਟੱਡੀ ਸੀਗੀ ਉੱਥੇ ਤੇ ਉਸ ਤੋਂ ਬਾਅਦ ਫਿਰ 1 ਸਾਲ ਦਾ ਵਰਕ ਪਰਮਿਟ ਸੀਗਾ ਜੀ। ਤੇ ਮੈਂ ਬਹੁਤ ਮਤਲਬ ਹਾਰਡ ਵਰਕ ਕੀਤਾ, 2 ਜੌਬਾਂ ਵੀ ਕੀਤੀਆਂ ਤੇ ਉਸ ਤੋਂ ਬਾਅਦ ਮੇਰਾ ਕਿਤੇ ਜਾ ਕੇ 3 ਸਾਲ ਦਾ ਵੀਜ਼ਾ ਲੱਗਿਆ ਤੇ ਮੈਂ ਹੁਣ ਜੀ ਇੱਕ ਕੰਪਨੀ ਦੇ ਵਿੱਚ 5 ਸਾਲ ਤੋਂ ਕੰਮ ਕਰ ਰਿਹਾ ਉੱਥੇ ਐਜ਼ ਅ ਸ਼ੈਫ ਤੇ ਉਹ ਮੇਰੀ ਸਪੋਰਟ ਵੀ ਕਰ ਰਹੇ ਨੇ ਵੀ ਹਾਂਜੀ ਬਹੁਤ ਲੰਬੇ ਟਾਈਮ ਤੋਂ ਤੁਸੀਂ ਕੰਮ ਕੀਤਾ ਇੱਕ ਜਗ੍ਹਾ ਤੇ ਸਪੋਰਟ ਵੀ ਕਰ ਰਹੇ ਨੇ ਉਹਨਾਂ ਨੇ। ਹੁਣ ਮੇਰੀ 4 ਮੰਥਸ ਹੋ ਜੋਗੇ 4 ਤੋਂ 5 ਮੰਥਸ ਹੋ ਚੁੱਕੇ ਨੇ, ਉਹਨਾਂ ਨੇ ਜੌਬ ਮੇਰੀ ਹੋਲਡ ਤੇ ਪਾ ਕੇ ਰੱਖੀ ਹੋਈ ਹੈ ਬਟ ਇੱਕੋ ਕਹਿ ਰਹੇ ਨੇ ਵੀ ਜੇ ਤੁਹਾਡੀ ਜੌਬ ਚਲੀ ਜਾਂਦੀ ਹੈ ਫਿਰ ਵੀ ਤੁਸੀਂ ਐਂਟਰ ਨਹੀਂ ਕਰ ਸਕਦੇ। ਬਟ ਜਦੋਂ ਤੱਕ ਸਾਡੇ ਕੋਲ ਲੀਗਲ ਰਾਈਟ ਹੈ ਜੀ 3-3 ਸਾਲ ਦੇ ਵੀਜ਼ੇ ਪਏ ਨੇ ਹਨਾ ਤੇ ਉਹ ਤੇ ਇੱਕ ਲੀਗਲ ਰਾਈਟ ਹੋ ਗਿਆ, ਉਹ ਤੇ ਕੋਈ ਮੇਰੇ ਹਿਸਾਬ ਨਾਲ ਲਾਅ 'ਚ ਵੀ ਨਹੀਂ ਹੈਗਾ ਵੀ ਤੁਸੀਂ ਉਹਨਾਂ ਨੂੰ ਡਿਕਲਾਈਨ ਕਰੋ। ਕਿਸ ਬੇਸ ਤੇ ਉਹ ਮਤਲਬ ਆਪਣੀ ਲਾਅ ਬਣਾ ਕੇ ਡਿਕਲਾਈਨ ਕਰ ਰਹੇ ਨੇ ਹਨਾ। ਤੁਹਾਡਾ ਵੀਜ਼ਾ ਕਿੰਨਾ ਕੁ ਹੈਗਾ ਹੁਣ? ਮੇਰਾ ਵੀਜ਼ਾ ਜੀ ਇੱਥੋਂ ਹਾਲੇ 2.5 ਸਾਲ ਦਾ ਪਿਆ ਹੈ, ਮੇਰਾ 2022 ਦੇ ਵਿੱਚ ਐਕਸਪਾਇਰ ਹੋਏਗਾ ਤੇ ਬਟ ਗੱਲ ਇਹ ਹੈ ਵੀ ਜਿਹੜਾ ਇਹ ਹੁਣ ਜਿਹੜਾ ਜਾ ਕੇ ਉੱਥੇ ਸਮਾਂ ਨਾਲ ਰਲਣਾ ਸੀਗਾ ਤਾਂ ਉਹ ਪਿੱਛੇ ਬਹੁਤ ਪੈ ਜਾਣਾ ਕਿਉਂਕਿ ਸਾਡੇ ਵੀ ਰਿਸ਼ਤੇਦਾਰ ਜਦੋਂ ਇੱਧਰ ਆਉਂਦੇ ਆ ਉਹ ਕਹਿੰਦੇ ਵੀ ਅਸੀਂ 2-2 ਮਹੀਨੇ 4-4 ਮਹੀਨੇ ਪਿੱਛੇ ਪੈ ਗਏ ਉਹਨਾਂ ਨਾਲੋਂ। ਹਾਂਜੀ ਬਿਲਕੁਲ ਪਿੱਛੇ ਵੀ ਪੈ ਜਾਣਾ ਹੈ ਤੇ ਗੱਲ ਇਹ ਹੈ ਜੀ ਸਭ ਤੋਂ ਵੱਡੀ ਗੱਲ ਹੈ ਹੁਣ ਦੇਖੋ ਜੌਬਸ ਹੈ ਜਿੱਕਾਂ ਜੌਬਸ ਕਰ ਰਹੇ ਹਾਂ ਅਸੀਂ, ਉਹਨਾਂ ਨੂੰ ਉੱਥੇ ਬੰਦਿਆਂ ਦੀ ਲੋੜ ਹੈ ਹਨਾ। ਅਸੀਂ ਹੈ ਨਹੀਂ, ਸਾਡੀ ਮਤਲਬ ਅਸੀਂ ਪ੍ਰੈਜ਼ੈਂਟ ਨਹੀਂ ਹੈਗੇ ਉੱਥੇ, ਉਹਨਾਂ ਨੂੰ ਤਾਂ ਬੰਦਿਆਂ ਦੀ ਲੋੜ ਹੈ ਨਾ, ਉਹਨਾਂ ਨੇ ਤਾਂ ਕੋਈ ਨਾ ਕੋਈ ਹਾਇਰ ਕਰ ਲੈਣਾ ਹੈ ਬਟ ਉਹ ਸਾਡੀ ਸਪੋਰਟ ਇਸ ਲਈ ਕਰਨੀ ਕਿ ਅਸੀਂ ਹਾਰਡ ਵਰਕ ਕੀਤਾ ਜੀ ਬਹੁਤ ਉੱਥੇ। ਉਹਨਾਂ ਨੇ 4 ਸਾਲ 5 ਸਾਲ ਤੋਂ ਹਾਰਡ ਵਰਕ ਕਰ ਰਹੇ ਹਾਂ। ਅਮਰਤ ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਤੁਸੀਂ ਉੱਥੇ ਜਿਵੇਂ 5 ਸਾਲ ਤੋਂ ਕਰ ਰਹੇ ਹੋ ਤਾਂ ਹੋਰ ਜਾ ਕੇ ਢਿੱਡ ਭਰੋ ਉੱਥੇ ਲੋਕਾਂ ਦਾ ਜਾ ਕੇ। ਤਾਂ ਬਈ ਕੀ ਨਾਮ ਹੈ ਤੁਹਾਡਾ? ਅਮਨ ਵੀਰੇ। ਅਮਨ, ਤੁਸੀਂ ਕਿੰਨੇ ਸਮੇਂ ਤੋਂ ਉੱਥੇ ਰਹਿ ਰਹੇ ਹੋ? ਤੇ ਇੱਥੇ 3 ਸਾਲ ਹੋ ਗਏ ਉੱਥੇ ਰਹਿੰਦੇ ਨੂੰ। ਹਾਂਜੀ ਤੇ ਇਸ ਟਾਈਮ ਮੈਂ ਵਰਕ ਵੀਜ਼ੇ ਤੇ ਓਪਨ ਵਰਕ ਪਰਮਿਟ ਜਿਹਨੂੰ ਕਹਿੰਦੇ ਆਪਾਂ। ਹਾਂਜੀ। ਤੇ ਤੁਸੀਂ ਇੱਥੇ ਕਦੋਂ ਆਏ ਸੀਗੇ ਤੇ ਕੀ ਰੀਜ਼ਨ ਸੀਗਾ ਇੱਥੇ ਆਉਣ ਦਾ?
ਮੈਂ ਭਾਜੀ ਆਇਆ ਸੀ ਇੱਥੇ 4 ਮਾਰਚ ਨੂੰ ਆਇਆ ਸੀ ਜੀ ਇੱਥੇ, ਤੇ ਮੇਰਾ ਰੀਜ਼ਨ ਸੀਗਾ ਮਤਲਬ ਫੈਮਿਲੀ ਨੂੰ ਮਿਲਣ ਆਇਆ ਸੀ ਓਬਵੀਅਸਲੀ 3.5 ਸਾਲ ਬਾਅਦ ਜਦੋਂ ਆਪਾਂ ਆਉਣੇ, ਤੇ ਥੋੜਾ ਜਿਹਾ ਹੁੰਦਾ ਕਿ ਫੈਮਿਲੀ ਨੂੰ ਮਿਲੀ ਆ ਕੇ। ਨਹੀਂ ਉਹ ਤਾਂ ਹੁੰਦਾ ਹੀ ਆ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਐਮਬੈਸੀ ਨੂੰ ਤੇ ਉਧਰ ਦੀ ਸਰਕਾਰ ਨੂੰ? ਐਮਬੈਸੀ ਨੂੰ ਤੇ ਜੀ ਹੁਣ ਐਮਬੈਸੀ ਨੂੰ ਚਲੋ ਕੀ ਕਹਿਣਾ, ਸਰਕਾਰ ਨੂੰ ਵੀ ਕੀ ਕਹਿਣਾ, ਆਪਾਂ ਆਲਰੇਡੀ ਬਹੁਤ ਥੋੜਾ ਜਿਹਾ ਮਤਲਬ ਆਪਣੇ ਜਿਹੜੇ ਉਧਰ ਰਿਪੋਰਟਰਸ ਹੈਗੇ ਆ, ਨਿਊਜ਼ ਚੈਨਲਸ ਹੈਗੇ, ਉਹਨਾਂ ਨੇ ਪ੍ਰੈਸ਼ਰ ਪਾਇਆ। ਸਿਰਫ ਮੈਸੇਜ ਹੈਗਾ ਕੁਛ ਇੱਧਰ ਵਾਲੇ ਜਿਹੜੀ ਆਪਣੀ ਕਮਿਊਨਿਟੀ ਦੇ ਆ ਜਾਂ ਫਿਰ ਉਧਰ ਵਾਲੇ ਜਿਹੜੇ ਇੱਧਰ ਸਟੂਡੈਂਟ ਜਾਣਾ ਚਾਹੁੰਦੇ, ਉਹਨਾਂ ਨੂੰ ਵੀ ਇਹੀ ਮੈਸੇਜ ਆ ਕਿ ਥੋੜਾ ਜਿਹਾ ਸੋਚ ਕੇ, ਕਿਉਂਕਿ ਜਿੱਥੋਂ ਅਸੀਂ ਗਏ ਸੀਗੇ ਹੁਣ ਓਬਵੀਅਸਲੀ ਅਸੀਂ ਸਟੂਡੈਂਟ ਆ। ਨਿਊਜ਼ੀਲੈਂਡ ਦਾ ਸਿਸਟਮ ਕੀ ਆ ਕਿ ਤੁਸੀਂ ਡਾਇਰੈਕਟ ਫਾਈਲ ਨਹੀਂ ਅਪਲਾਈ ਕਰ ਸਕਦੇ, ਤੁਹਾਨੂੰ ਕਿਸੇ ਏਜੰਟ ਦੇ ਥਰੂ ਅਪਲਾਈ ਕਰਨਾ। ਹੁਣ ਜੋ ਏਜੰਟ ਜਿਹੜੇ ਆ ਉਹ ਵੀ ਸਿਰਫ ਤੇ ਸਿਰਫ ਜਿੱਦਾਂ ਮੱਛੀਆਂ ਆਪਾਂ ਕਹਿੰਦੇ ਕਿ ਫਿਸ਼ਿੰਗ ਕਰਦੇ ਪਏ ਆ, ਉਹ ਵੀ ਨਵੀਆਂ ਮੱਛੀਆਂ ਫੜਨ ਨੂੰ ਜਿਹੜੀ ਪਹਿਲੀ ਫੜੀ ਪਈ ਆ ਹਨਾ, ਜਿੱਦਾਂ ਹੁਣ ਅਸੀਂ ਫਸੇ ਪਏ ਆ, ਸਾਡੀ ਕੋਈ ਵੈਲਿਊ ਨਹੀਂ। ਇੱਕ ਵੀ ਅੱਜ ਮੈਂ 4 ਮਹੀਨੇ ਹੋ ਗਏ ਫਸੇ ਨੂੰ, 3 ਮਹੀਨੇ ਤੋਂ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਜਾਂ ਫਿਰ ਜੋ ਵੀ ਕਰ ਰਹੇ ਹਾਂ ਨਾ ਕਿ ਸਾਨੂੰ ਮਤਲਬ ਮਾਈਗ੍ਰੈਂਟ ਵਰਕਰਾਂ ਨੂੰ ਐਂਟਰ ਹੋਣ ਦਿਓ। 3 ਮਹੀਨਿਆਂ ਦੇ ਵਿੱਚ ਇੱਕ ਵੀ ਏਜੰਟ ਨੇ, ਇੰਡੀਆ ਦੇ ਨਹੀਂ ਮਤਲਬ ਬਾਹਰਲੇ ਚਲੋ ਜਿਹੜੇ ਲਾਇਰ ਸੀਗੇ ਉਹਨਾਂ ਨੇ ਟਰਾਈ ਕੀਤਾ ਕਿ ਹਾਂ ਆਪਣੇ ਵੱਲੋਂ ਆਪਣੇ ਬੇਸ ਦੇ ਉੱਪਰ ਕੀਤਾ, ਇੰਡੀਆ ਤੋਂ ਇੱਕ ਵੀ ਏਜੰਟ ਜਿਹੜਾ ਆਪਾਂ ਕਹਿੰਦੇ ਆ ਉਹਨਾਂ ਨੇ ਇੱਕ ਨੇ ਵੀ ਸਪੋਰਟ ਨਹੀਂ ਲਾਈ ਕਿ ਦੇ ਡਿਜ਼ਰਵ ਟੂ ਗੋ ਬੈਕ, ਹੈ ਨਾ। ਕਿ ਇਹ ਵੀ ਤਰਕ ਤੁਹਾਡਾ ਬਹੁਤ ਵਧੀਆ ਕਿ ਤੁਹਾਡੇ ਕੋਲ 10-12 ਲੱਖ ਰੁਪਏ ਜਦੋਂ ਲਿਆ, ਜਦੋਂ ਭੇਜਿਆ, ਜਦੋਂ ਲੈਣਾ ਹੁੰਦਾ ਉਦੋਂ ਗੱਲ ਹੋਰ ਹੁੰਦੀ ਹੈ, ਪਰ ਹੁਣ ਵੀ ਤਾਂ ਕਿਤੇ ਨਾ ਕਿਤੇ ਜ਼ਿੰਮੇਵਾਰੀ ਤਾਂ ਉਹਨਾਂ ਦੀ ਬਣਦੀ ਹੈ। ਹਾਂਜੀ, ਕਿਉਂਕਿ ਜਦੋਂ ਆਪਾਂ ਜਾਂਦੇ ਆ ਆਪਾਂ ਨੂੰ ਸੁਪਨੇ ਦਿਖਾ ਦਿੰਦੇ ਆ ਕਿ PR ਤਾਂ ਇਦਾਂ ਮਤਲਬ ਬਹੁਤ ਜਲਦੀ 2-3 ਸਾਲਾਂ ਬਾਅਦ ਨਾ, ਕਿਉਂਕਿ ਸਟਰਗਲ ਹੁੰਦੀ ਹਰ ਬੰਦੇ ਦੀ। ਮੈਂ ਦੇਖੇ ਕੇਸ ਜਿਹੜੇ ਮਤਲਬ ਕਈਆਂ ਦੇ ਕਾਲਜ ਬੰਦ ਹੋ ਜਾਂਦੇ ਸਟੱਡੀ ਦੇ ਵਿੱਚੋਂ ਵਿੱਚ ਹੀ, ਉਹ ਵੀ ਹੋਇਆ। ਮੇਰਾ ਇੱਕ ਫਰੈਂਡ ਸੀਗਾ, ਉਹਦਾ ਕਾਲਜ ਬੰਦ ਹੋ ਗਿਆ ਸੀ, ਪਹਿਲੇ ਮਤਲਬ 1 ਸਾਲ ਸਟੱਡੀ ਕੀਤੀ, ਉਸ ਤੋਂ ਬਾਅਦ ਹੀ ਉਹਦਾ ਕਾਲਜ ਬੰਦ ਹੋ ਗਿਆ। ਫਿਰ ਦੂਸਰੇ ਕਿਉਂਕਿ ਏਜੰਟ ਨੇ ਕੁਛ ਨਹੀਂ ਕੀਤਾ, ਏਜੰਟ ਦਾ ਕੰਮ ਸੀਗਾ ਕਿ ਪੈਸੇ ਲਓ, ਕਮਿਸ਼ਨ ਖਾਧੀ, ਉਦੋਂ ਬਾਅਦ ਭੁੱਲ ਜਾਓ। ਆਫਟਰ ਸੇਲ ਸਰਵਿਸ ਜਿਹਨੂੰ ਆਪਾਂ ਕਹਿੰਦੇ ਆ ਸੇਲਸ ਦੀ ਫੀਲਡ ਦੇ ਵਿੱਚ, ਉਹ ਬਿਲਕੁਲ ਹੀ ਜ਼ੀਰੋ ਆ। ਪਰ ਐਜ਼ ਅ ਹਿਊਮਨ ਬੀਇੰਗ ਵੀ ਨਾਲ ਖੜਾ ਹੋਣਾ ਚਾਹੀਦਾ ਨਾ, ਕਿਉਂਕਿ ਆਪਾਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਵਾਪਸ ਜ਼ੀਰੋ ਆ ਗਿਆ, ਮੈਂ ਕਹੂੰਗਾ ਵਾਪਸ ਜ਼ੀਰੋ ਨਹੀਂ, ਨੈਗੇਟਿਵ 'ਚ ਹੋ ਗਿਆ ਅਸੀਂ। ਕਿਉਂਕਿ ਜਦੋਂ ਸੀਗੇ ਅਸੀਂ ਗਏ ਉਦੋਂ ਸਾਡੇ ਕੋਲ ਪੈਸੇ ਸੀਗੇ, ਅਸੀਂ ਫੀਸ ਪੇ ਕਰਨ ਜੋਗੇ ਸਾਡੇ ਕੋਲ ਪੈਸੇ ਸੀਗੇ, ਪਰ ਅੱਜ ਦੀ ਡੇਟ 'ਚ ਅਸੀਂ ਕਰਜ਼ੇ ਦੇ ਥੱਲੇ ਆ। ਬਿਲਕੁਲ ਮਤਲਬ ਜਿੱਥੇ ਸੀਗੇ ਉਦੋਂ ਥੱਲੇ ਹੋ ਰਿਹਾ, ਤੁਹਾਡਾ ਖਰਚਾ ਤਾਂ ਹੋ ਹੀ ਰਿਹਾ, ਖਰਚਾ ਜਾਂਦਾ ਪਿਆ, ਬਿੱਲ ਜਾਂਦੇ ਪਏ ਸਾਡੇ, ਰੈਂਟ ਜਾਂਦਾ ਪਿਆ ਆ, ਗੱਡੀ ਵੀ ਹੁਣ ਉੱਥੇ ਜਿੱਦਾਂ ਉਹਦੀ ਜਿੱਦਾਂ ਰਜਿਸਟ੍ਰੇਸ਼ਨ ਵਗੈਰਾ ਜੋ ਵੀ ਹੋਗਾ ਲੈਟਰ ਪਟਰ ਖੜੀ ਹੈ, ਪਰ ਉਹਦੇ ਵੀ ਖਰਚੇ ਪੈਂਦੇ ਪਏ ਛੋਟੇ ਕਰਕੇ, ਕਾਫੀ ਕੁਝ ਹੁੰਦਾ ਪਿਆ। ਸੋਰਸ ਆਫ ਇਨਕਮ ਜ਼ੀਰੋ ਆ, ਕਿਉਂਕਿ ਮੇਰੀ ਜੌਬ ਚੱਲ ਗਈ ਸੀ ਕੰਪਨੀ ਦੇ ਕੋਈ ਇਸ਼ੂ ਦੇ ਕਰਕੇ, ਮਤਲਬ ਇੰਟਰਨਲ ਇਸ਼ੂ ਦੇ ਕਰਕੇ, ਚਲੋ ਇੱਥੇ ਤਾਂ ਹੁਣ ਕੀ ਦੱਸਣਾ, ਪਰ ਉਹ ਜੌਬ ਚੱਲ ਗਈ ਸੀ ਮੇਰੀ, ਤੇ ਉਹਦੇ ਕਰਕੇ ਸੋਰਸ ਆਫ ਇਨਕਮ ਜ਼ੀਰੋ ਆ। ਬਟ ਖਰਚੇ ਜਿਹੜੇ ਆ ਉਹ ਕਾਫੀ ਜ਼ਿਆਦਾ ਹੁੰਦੇ ਪਏ ਆ, ਵੱਧਦੇ ਪਏ ਆ ਜੇ ਆਪਾਂ ਦੇਖਿਆ ਜਾਵੇ ਤਾਂ। ਬਿਲਕੁਲ ਇਹੀ ਇੱਕ ਰੀਜ਼ਨ ਆ, ਕੁੱਲ ਮਿਲਾ ਕੇ ਗੱਲ ਇਹੀ ਹੈ ਕਿ ਇਹ ਨੌਜਵਾਨ ਵੀ ਉੱਥੋਂ ਦੀ ਸਿਆਸਤ ਦੀ ਭੇਟ ਚੜਿਆ। ਹਾਲਾਂਕਿ ਇਹ ਚਲੋ ਖੁੱਲ ਕੇ ਨਹੀਂ ਬੋਲ ਰਹੇ, ਪਰ ਸਤਨ ਹੋਣੇ ਨੇ ਤਾਂ ਇਲੈਕਸ਼ਨ ਲੈਣੀਆਂ ਤਾਂ ਵੋਟਾਂ ਉਹਨਾਂ ਕੋਲ ਨਾਗਰਿਕ ਨੇ ਜਿਹੜੇ ਉੱਥੋਂ ਦੇ ਸਿਟੀਜ਼ਨ, ਉੱਥੋਂ ਦੀ ਗਵਰਨਮੈਂਟ ਉਹ ਲੈ ਕੇ ਬੰਦੇ ਵੋਟਾਂ ਪਵਾਈਆਂ ਜਾਣ, ਵੀ ਓਨਾ ਹੀ ਹੱਕ ਹੈ। ਇਹਨਾਂ ਨੇ ਵੀ ਉਨੀ ਇਨਵੈਸਟਮੈਂਟ ਕੀਤੀ ਹੈ ਜਿੰਨੀ ਕਿਸੇ ਹੋਰ ਨੇ ਕੀਤੀ, ਜਿੰਨੇ ਸਿਟੀਜ਼ਨ ਨੇ ਕੀਤੀ ਆ, ਕਿਉਂਕਿ ਹੋਰ 2 ਸਾਲਾਂ ਬਾਅਦ ਇਹਨਾਂ ਨੇ ਵੀ ਸਿਟੀਜ਼ਨ ਹੋ ਜਾਣਾ ਸੀ। ਪਰ ਹੁਣ ਸਵਾਲ ਇਹ ਹੈ ਕਿ ਜੇ ਗਵਰਨਮੈਂਟ ਸਿਆਸਤ ਦੀ ਭੇਟ ਇਹਨਾਂ ਨੂੰ ਚੜਾਉਂਦੀ ਹੈ ਤਾਂ ਕਿਤੇ ਨਾ ਕਿਤੇ ਸਵਾਲ ਦੇਸ਼ ਉੱਤੇ ਵੀ ਖੜਾ ਹੋਊਗਾ, ਸਵਾਲ ਉੱਥੋਂ ਦੀ ਸਿਆਸਤ ਦੇ ਉੱਪਰ ਵੀ ਖੜਾ ਹੋਊਗਾ, ਤੇ ਸਵਾਲ ਉੱਥੋਂ ਦੀ ਇਮੀਗ੍ਰੇਸ਼ਨ ਦੇ ਉੱਪਰ ਵੀ ਖੜਾ ਹੋਊਗਾ। ਕੁੱਲ ਮਿਲਾ ਕੇ ਸਿਆਸਤ ਦੀ ਭੇਡ ਇਹਨਾਂ ਨੌਜਵਾਨਾਂ ਨੂੰ ਨਾ ਚੜਾਇਆ ਜਾਵੇ, ਕਿਉਂਕਿ ਸਾਡੀ ਪੰਜਾਬ ਦੀ ਸਿਆਸਤ ਬਾਰੇ ਤਾਂ ਤੁਹਾਨੂੰ ਪਤਾ ਹੀ ਆ, ਇੱਥੋਂ ਅੱਕ ਕੇ ਉੱਥੇ ਇਨਵੈਸਟਮੈਂਟ ਕੀਤੀ, ਪਰ ਜੇ ਉੱਥੇ ਵੀ ਜਾ ਕੇ ਅਜਿਹੇ ਹੀ ਹਾਲ ਦੇਖਣ ਨੂੰ ਮਿਲੇ ਤਾਂ ਫਿਰ ਸਾਡੇ ਨੌਜਵਾਨ ਕਿੱਧਰ ਨੂੰ ਜਾਣਗੇ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।